जी भाई। वाहिगुरु जी का खालसा वाहिगुरु जी की फतेह। हुक्मी होवन आकार हुक्म ना कहया जाई। हुक्मी होवन जी हुक्म मिले वडियाई। हुक्मी उत्तम नीच हुक्म लिख दुख सुख पाइए। एक ना हुक्मी बख्शीश एक हुक्मी सदा पवाइए। हुक्म है अंदर सब को बाहर हुक्म ना कोई। नानक हुक्म है जे बुझ है ताहु मैं कह ना कोई। गुरु प्यारी साध संगत जीओ, चल रही ऑनलाइन जूम गुरमत क्लास विच पावन बाणी जपजी साहिब दी विचार आपां आरंभ कीती है। अज जपजी साहिब दी दूसरी पौड़ी दी विचार सांझी करांगे। पाठ आपां सरवण कीता है। ये पौड़ी हुक्म नाल संबंधित है, हुक्म नूं परिभाषित कर रही है। कल जदों आपां पहली पौड़ी दी विचार कीती सी, ओदी जिहड़ी समाप्ति है ਉਹ ਹੁੰਦੀ है हुक्म रजाई चलना नानक लिखिया नाल। हुक्म ते आके समाप्ति ਹੁੰਦੀ है। ਹੁਣ ਉਹ ਹੁਕਮ ਕੀ ਹੈ ਜੋ ਸਾਡੇ ਨਾਲ ਹੈ, ਜਿਸ ਦੇ ਵਿੱਚ ਅਸੀਂ ਸਾਰੇ ਚੱਲ ਰਹੇ ਹਾਂ ਤੇ ਸਾਨੂੰ ਚੱਲਣਾ ਵੀ ਚਾਹੀਦਾ ਹੈ। ਭਾਵ ਹੁਕਮ ਨੂੰ ਸੱਤ ਕਰਕੇ ਮੰਨਣਾ ਚਾਹੀਦਾ ਹੈ। ਉਸ ਹੁਕਮ ਨੂੰ ਹੁਣ ਗੁਰੂ ਸਾਹਿਬ ਖੋਲਣ ਲੱਗੇ ਨੇ ਤੇ ਆਪਾਂ ਸਮਝ ਸਕਦੇ ਹਾਂ ਵੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਆਰੰਭਤਾ ਦੇ ਵਿੱਚ ਜੋ ਗੁਰੂ ਸਾਹਿਬ ਨੇ ਸਾਡੇ ਧਿਆਨ ਗੋਚਰੇ ਵਿਸ਼ਾ ਲੈ ਕੇ ਆਂਦਾ, ਉਹ ਲੈ ਕੇ ਆਂਦਾ ਹੁਕਮ ਦਾ। जिस दिन इस जीव ਨੂੰ ਹੁਕਮ ਦੀ ਸਮਝ ਆ ਗਈ, ਪਰਮੇਸ਼ਰ ਦੀ ਰਜ਼ਾ ਦੀ ਸਮਝ ਆ ਗਈ, ਇਹ ਉਸ ਹੁਕਮ ਦੇ ਵਿੱਚ ਰਜ਼ਾ ਵਿੱਚ ਰਾਜ਼ੀ ਰਹਿ ਕੇ ਉਹਨੂੰ ਸੱਤ ਕਰਕੇ ਮੰਨਣ ਲੱਗ ਪਿਆ, ਤਾਂ ਸਮਝੋ ਇਹ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੋ ਜਾਏਗਾ ਜਾਂ ਉਸ ਪਾਸੇ ਚੱਲ ਪਿਆ ਹੈ ਜਿੱਥੋਂ ਇਹਨੂੰ ਜੀਵਨ ਮੁਕਤ ਅਵਸਥਾ ਮਿਲਦੀ ਹੈ। ਇਹਦਾ ਬੰਧਨ ਜਨਮ ਮਰਨ ਆਵਾਗਮਨ ਜੋ ਵੀ ਹੈ ਪ੍ਰਚਲਿਤ ਹੈ ਮਾਨਤਾਵਾਂ ਨੇ, ਉਹ ਸਾਰਾ ਇਹਦਾ ਮਿਟ ਜਾਏਗਾ। ਕਿਉਂਕਿ ਗੁਰਮਤ ਦੀ ਸਾਰੀ ਵਿਚਾਰਧਾਰਾ ਹੁਕਮ ਦੇ ਦੁਆਰੇ ਘੁੰਮਦੀ ਹੈ ਤੇ ਹੁਕਮ ਮੰਨਣ ਵਾਲਾ ਛੋਟਾ ਹੁੰਦਾ ਹੈ, ਮਨਾਉਣ ਵਾਲਾ ਵੱਡਾ ਹੁੰਦਾ ਹੈ। ਤੇ ਜਿਹਨੇ ਹੁਕਮ ਮੰਨਣਾ ਹੁੰਦਾ ਹੈ ਉਹ ਹੁਕਮ ਮਨਾਉਣ ਵਾਲੀ ਭਾਵਨਾ ਨਾਲ ਕਦੇ ਵੀ ਆਪਣੇ ਮਾਲਕ ਨਾਲ ਖਸਮ ਨਾਲ ਨਾ ਜੁੜੇ। ਉਹ ਅੰਦਰੋਂ ਆਪਣੇ ਮਨ ਤੋਂ ਆਪਣੀ ਆਤਮਾ ਤੋਂ ਅਗਰ ਹੁਕਮ ਮੰਨਣ ਦੀ ਭਾਵਨਾ ਨਾਲ ਚੱਲੇ, ਬਿਨਾਂ ਕਿਸੇ ਕਿੰਤੂ ਪਰੰਤੂ ਤੋਂ, ਬਿਨਾਂ ਕਿਸੇ ਮਨਮੁਟਾਵ ਤੋਂ, ਬਿਨਾਂ ਕਿਸੇ ਮੈਂ ਮੇਰੀ ਤੋਂ, ਹਉਮੈ ਹੰਕਤਾ ਤੋਂ, ਉਹ ਜਦੋਂ ਹੁਕਮ ਮੰਨਦਾ ਉਦੋਂ ਉਹਦਾ ਹੁਕਮ ਮੰਨਣਾ ਪ੍ਰਵਾਨ ਹੁੰਦਾ ਹੈ ਤੇ ਹੁਕਮ ਮੰਨਣ ਵਾਲਾ ਹਾਕਮ ਨੂੰ ਪਾ ਲੈਂਦਾ ਹੈ, ਹੁਕਮੀ ਵਿੱਚ ਸਮਾ ਜਾਂਦਾ ਹੈ। ਹੁਣ ਗੁਰੂ ਸਾਹਿਬ ਨੇ ਅੱਜ ਗੱਲ ਕੀਤੀ ਵੀ ਹੁਕਮ ਦੀ ਪਰਿਭਾਸ਼ਾ ਦੇਣ ਲੱਗੇ ਇਹਨਾਂ ਨੂੰ। ਹੁਕਮ ਕੀ ਹੁੰਦਾ, ਕੀ ਕਰਦਾ, ਕਿਵੇਂ ਵਰਤਦਾ। ਹੁਣ ਦੇਖੋ, ਆਪਾਂ ਆਰੰਭ ਚ ਗੱਲ ਹੋਈ ਹੈ ਮੂਲ ਮੰਤਰ ਦੀ ਆਰੰਭਤਾ ਇੱਕ ਤੋਂ। ਇੱਕ ਪਰਮੇਸ਼ਰ, ਉਹ ਜੋਤ ਜਿਹੜੀ ਹਮੇਸ਼ਾ ਹੁੰਦੀ ਹੈ, ਸਤ ਸਰੂਪ ਹੈ ਤੇ ਜੋ ਹਰ ਸਮੇਂ ਕੰਪਲੀਟ ਹੈ, ਪੂਰਨ ਰੂਪ ਚ ਹੈ। ਕਦੇ ਮਾਇਆ ਨਹੀਂ ਵੀ ਹੁੰਦੀ, ਸੰਸਾਰ ਨਹੀਂ ਵੀ ਹੁੰਦਾ, ਯੁੱਗ ਨਹੀਂ ਹੁੰਦੇ, ਰਚਨਾ ਨਹੀਂ ਹੁੰਦੇ, ਉਹ ਇੱਕ ਤਾਂ ਵੀ ਹੁੰਦਾ ਹੈ। ਜਿਹਨੂੰ ਅਸੀਂ ਪੜ੍ਹਦੇ ਹਾਂ ਹੋਸੀ ਵੀ ਸੱਚ ਵੀ ਪੜ੍ਹਿਆ ਜਾਂ ਆਦ ਸੱਚ ਪੜ੍ਹਿਆ। ਜਦੋਂ ਕੁਝ ਵੀ ਨਹੀਂ ਉਦੋਂ ਵੀ ਸੱਚ, ਜਦੋਂ ਕੁਝ ਨਹੀਂ ਵੀ ਹੋਵੇਗਾ ਬਣ ਕੇ ਮਿਟ ਜਾਏਗਾ ਉਦੋਂ ਵੀ ਸੱਚ। ਉਹ ਜਿਹੜਾ ਸੱਚ ਹੈ, ਹੁਣ ਸੱਚ ਦਾ ਹੁਕਮ ਜਦੋਂ ਪ੍ਰਗਟ ਹੁੰਦਾ ਹੈ, ਉਹ ਪ੍ਰਗਟ ਕਰਨ ਨਾਲ ਫਿਰ ਕੀ ਕੁਝ ਹੋਂਦ ਵਿੱਚ ਆਉਂਦਾ ਹੈ। ਕਹਿੰਦੇ ਹੁਕਮੀ ਹੋਵਨ ਆਕਾਰ, ਹਾਕਮ ਦੇ ਹੁਕਮ ਨਾਲ ਆਕਾਰ ਪੈਦਾ ਹੁੰਦਾ ਹੈ। ਆਕਾਰ ਦਾ ਅਰਥ ਅਸੀਂ ਸਮਝ ਸਕਦੇ ਹਾਂ ਰਚਨਾ। ਜਿਸ ਵੀ ਵਸਤੂ ਨੂੰ, ਵਸਤੂ ਦਾ ਅਰਥ ਹੀ ਹੋਵੇ ਜਿਹਦੇ ਕੋਲ ਕੁਝ ਆਕਾਰ ਹੈ। ਹੁਣ ਇਹ ਸ਼ਬਦ ਕੁਝ ਸਮਝਣੇ ਪੈਣਗੇ। ਆਕਾਰ ਤੋਂ ਬਿਨਾਂ ਕਿਸੇ ਦੀ ਹੋਂਦ ਹੀ ਨਹੀਂ ਹੁੰਦੀ, ਵਜੂਦ ਹੀ ਨਹੀਂ ਹੈ। ਕਿਉਂਕਿ ਸਮਾਜ ਵਿੱਚ, ਸੰਸਾਰ ਵਿੱਚ ਵਜੂਦ, ਹੋਂਦ, ਆਕਾਰ ਹੁਕਮ ਦਾ ਹੀ ਮੰਨਿਆ ਜਾਂਦਾ ਹੈ। ਕਹਿੰਦੇ ਹੁਕਮੀ ਹੋਵਨ ਆਕਾਰ। ਜਿੰਨੇ ਇਹ ਅਸੀਂ ਰਚਨਾ ਦੇਖਦੇ ਹਾਂ, ਸ੍ਰਿਸ਼ਟੀ ਦੇਖਦੇ ਹਾਂ, ਕਾਇਨਾਤ ਵੇਖਦੇ ਹਾਂ, ਹਰ ਇੱਕ ਚੀਜ਼ ਦਾ ਇੱਥੇ ਆਕਾਰ ਹੈ। ਪਰ ਇਹ ਆਕਾਰ ਬਣਿਆ ਕਿਵੇਂ? ਕਹਿੰਦੇ ਹੁਕਮ ਦੇ ਨਾਲ ਬਣਿਆ ਹੈ। ਹੁਕਮ ਦੇ ਨਾਲ। ਇੱਕ ਮਿੰਟ ਪੌਜ਼ ਕਰ ਰਹੇ ਹਾਂ ਜੀ। ਹੁਕਮ ਨਾਲ ਆਕਾਰ ਬਣਿਆ। ਜਿਹੜਾ ਅਸੀਂ ਪਿੱਛੇ ਪੜਿਆ ਸੀ ਨਾ, ਇੱਕ ਦਾ ਜੋ ਅਗਲਾ ਪਹਿਲਾ ਗੁਣ ਹੈ ਉਹ ਹੈ ਓਅੰਕਾਰ। ਓਅੰਗ ਦਾ ਅਰਥ ਹੀ ਹੁੰਦਾ ਹੈ ਜਦੋਂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਇੱਕ ਹਾਕਮ ਹੈ, ਓਅੰਗ ਉਹਦਾ ਹੁਕਮ ਹੈ। ਹੁਕਮ ਤੋਂ ਆਕਾਰ ਪੈਦਾ ਹੁੰਦਾ ਹੈ। ਓਅੰਗ ਆਕਾਰ। ਜਦੋਂ ਆਪਣੇ ਸਾਕਾਰ ਰੂਪ ਨੂੰ ਇੱਕ ਨੇ ਪ੍ਰਗਟ ਕੀਤਾ ਤਾਂ ਉਹ ਤੋਂ ਬਾਅਦ ਪਹਿਲਾਂ ਆਕਾਰ ਪੈਦਾ ਹੋਇਆ।
ਹੁਣ ਅਸੀਂ ਇੱਕ ਹੋਰ ਪੜ੍ਹਦੇ ਹਾਂ, ਸਾਚੇ ਤੇ ਪਵਨ ਪਿਆ, ਪਵਨ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਇਹਨੂੰ ਕਹਿੰਦੇ ਨੇ ਸ੍ਰਿਸ਼ਟੀ ਰਚਨਾ ਦੀ ਆਰੰਭਤਾ। ਇਹ ਤੋਂ ਇਲਾਵਾ ਹੁਣ ਜਿੰਨੇ ਵੀ ਆਕਾਰ ਅਸੀਂ ਵੇਖਦੇ ਹਾਂ, ਉਹ ਭਾਵੇਂ ਧਰਤੀ ਦਾ ਆਕਾਰ ਹੈ, ਸੂਰਜ ਦਾ, ਚੰਦਰਮਾ ਦਾ, ਬਨਸਪਤੀ ਦਾ ਆਕਾਰ ਹੈ, ਸਾਡੇ ਸਰੀਰਾਂ ਦਾ ਆਕਾਰ ਹੈ, ਜੂਨਾਂ ਦਾ ਆਕਾਰ ਹੈ। ਹਰ ਇੱਕ ਵਸਤੂ ਨੂੰ, ਚੀਜ਼ ਨੂੰ, ਜੀ ਨੂੰ ਆਕਾਰ ਮਿਲਿਆ। ਹੁਣ ਇਹ ਜਿੰਨੇ ਵੀ ਆਕਾਰ ਨੇ ਉਹਦੇ ਹੁਕਮ ਦੇ ਵਿੱਚ ਹੀ ਬਣੇ ਹੋਏ ਨੇ। ਦੇਖੋ, ਸਾਡਾ ਆਪਣਾ ਆਕਾਰ ਵੀ ਸਾਡੇ ਆਪਣੇ ਵੱਸ ਵਿੱਚ ਨਹੀਂ ਹੈ। ਇਹਨੂੰ ਕਹਿੰਦੇ ਨੇ ਹੁਕਮ ਦੀ ਖੇਡ। ਉਹਨੇ ਮਨੁੱਖੀ ਸਰੀਰ ਦੀ, ਪਰਮੇਸ਼ਰ ਨੇ ਮਨੁੱਖੀ ਸਰੀਰ ਦੇ ਆਕਾਰ ਦੀ ਇੱਕ ਹਾਈਟ ਤੈਅ ਕਰ ਦਿੱਤੀ ਵੀ ਤੁਸੀਂ 5 ਤੋਂ ਲੈ ਕੇ 6, ਸਵਾ 6 ਫੁੱਟ ਤੱਕ ਰਹੋਗੇ, ਤੇ ਅਸੀਂ ਉੱਥੇ ਤੱਕ ਹੀ ਵਧਦੇ ਹਾਂ। ਸਾਡੇ ਫਿੰਗਰਪ੍ਰਿੰਟ ਉਹਨੇ ਤੈਅ ਕਰ ਦਿੱਤੇ, ਆਕਾਰ ਹੈ ਇਹ ਸਾਰਾ। ਫਿੰਗਰਪ੍ਰਿੰਟ ਦਾ ਆਕਾਰ ਉਹਨੇ ਡਿਜ਼ਾਈਨ ਕੀਤਾ, ਦਰਖਤਾਂ ਨੂੰ ਆਕਾਰ ਦਿੱਤਾ, ਪੱਤਿਆਂ ਨੂੰ ਆਕਾਰ ਦਿੱਤਾ, ਟਾਹਣੀਆਂ ਨੂੰ ਆਕਾਰ ਦਿੱਤਾ ਹੈ। ਫਿਰ ਇਹ ਤੋਂ ਇਲਾਵਾ ਉਹਨੇ ਕਲਰ ਦਿੱਤੇ ਨੇ, ਉਹਨੇ ਫਿਰ ਖੁਸ਼ਬੂਆਂ ਦਿੱਤੀਆਂ ਨੇ। ਫੁੱਲਾਂ ਦੀ ਆਪਣੀ ਆਪਣੀ ਵੱਖਰੀ ਵੱਖਰੀ ਖੁਸ਼ਬੂ ਹੈ, ਵੱਖਰੇ ਵੱਖਰੇ ਕਲਰ ਨੇ, ਵੱਖਰੇ ਵੱਖਰੇ ਡਿਜ਼ਾਈਨ ਨੇ। ਇਹ ਆਕਾਰ ਕੌਣ ਦੇ ਰਿਹਾ? ਸਾਰੇ ਅਸੀਂ। ਦੇਖੋ, ਬਨਸਪਤੀ ਦਾ ਕੋਈ ਵੀ ਹੈ ਜਾਂ ਫਸਲ ਕਹਿ ਲਈਏ, ਇਹ ਜੀਵ ਤੇ ਕੇਵਲ ਬੀਜ ਬੀਜਦਾ ਹੈ, ਆਕਾਰ ਤੇ ਨਹੀਂ ਨਾ ਅਸੀਂ ਦਿੰਦੇ। ਗੁਲਾਬ ਦਾ ਬੂਟਾ ਆਪਣੀ ਹਾਈਟ ਤੇ ਆ ਕੇ ਰੁਕ ਜਾਂਦਾ ਹੈ, ਸਫੈਦਾ ਕਿੰਨਾ ਉੱਪਰ ਚਲਿਆ ਜਾਂਦਾ ਹੈ, ਬੋਹੜ ਉਹ ਕਿੰਨਾ ਸਾਈਡਾਂ ਤੇ ਫੈਲ ਜਾਂਦਾ, ਸੰਘਣਾ ਹੁੰਦਾ ਹੈ, ਘਾਹ ਜਮਾਂ ਹੀ ਪੈਰਾਂ 'ਚ ਹੁੰਦਾ ਹੈ। ਹੁਣ ਇਹਨਾਂ ਦੇ ਵੀ ਆਕਾਰ ਨੇ। ਇਹ ਆਕਾਰ ਕਿਹਨੇ ਤੈਅ ਕੀਤੇ? ਕਿਹਨੇ ਨੇ ਨਿਯਤ ਕੀਤੇ? ਹੁਣ ਜਿਹੜੇ ਲੋਕ ਇੱਕ ਉਹ ਨੇ ਜਿਹੜੇ ਕਹਿੰਦੇ ਨੇ ਵੀ ਜੀ ਕਰਤਾ ਨਹੀਂ ਹੈ, ਬਸ ਕੁਦਰਤ ਹੀ ਇਕੱਲੀ ਹੈ। ਕੁਦਰਤ ਹੈ ਇਕੱਲੀ, ਵੀ ਕੁਦਰਤ ਕਰਤਾ ਕੋਈ ਨਹੀਂ, ਰੱਬ ਕੋਈ ਨਹੀਂ, ਵੀ ਕੁਦਰਤ ਹੈ ਉਹੀ ਬਸ ਸਾਰਾ ਕੁਝ ਹੈ ਤੇ ਉਹਦੇ ਨਾਲੇ ਹੋ ਰਿਹਾ, ਕੁਦਰਤੀ ਹੋ ਗਿਆ। ਬਾਣੀ ਦੀ ਪੰਕਤੀ ਹੈ, ਮਹਾਰਾਜ ਕਹਿੰਦੇ ਕੁਦਰਤ ਕਰਕੇ ਵਸਿਆ ਸੋਏ। ਕੁਦਰਤ ਨੂੰ ਕਿਸੇ ਨੇ ਕੀਤਾ ਹੈ, ਪੈਦਾ ਕੀਤਾ ਹੈ, ਬਣਾਇਆ ਹੈ, ਉਹ ਕਰਤਾ ਹੈ। ਤੂੰ ਕਰਤਾ ਕਾਦਰ ਕਰੀਮ, ਤੂੰ ਕਰਤਾ ਸਚਿਆਰ ਮੈਂਡਾ ਸਾਈਂ। ਉਹ ਕਰਤਾ ਕੀ ਹੈ? ਕਰਤਾ ਹਾਕਮ ਹੈ, ਜਿਹਦੇ ਹੁਕਮ ਨਾਲ ਸਭ ਕੁਝ ਬਣਿਆ। ਇਸ ਲਈ ਅਸੀਂ ਹੁਕਮ ਨੂੰ ਜਦੋਂ ਮੰਨਦੇ ਹਾਂ ਤਾਂ ਅਸੀਂ ਹਾਕਮ ਨੂੰ ਵੀ ਉਹਦੇ ਨਾਲ ਮੰਨਦੇ ਹਾਂ, ਜਾਂ ਸਾਨੂੰ ਮੰਨਣਾ ਚਾਹੀਦਾ ਹੈ। ਕਿਉਂਕਿ ਆਪਾਂ ਕਹਾਂਗੇ ਹੁਕਮ, ਹੁਣ ਕਿਹਦਾ ਹੁਕਮ? ਹੁਕਮ ਦੇਣ ਵਾਲਾ ਵੀ ਤਾਂ ਕੋਈ ਚਾਹੀਦਾ ਨਾ। ਅਸੀਂ ਕਹਿੰਦੇ ਵੀ ਆਰਡਰ ਆ ਗਿਆ ਜੀ, ਕਿਹਦਾ ਆਰਡਰ ਆ ਗਿਆ? ਸੁਪਰੀਮ ਕੋਰਟ ਦਾ ਆਰਡਰ ਆਇਆ, ਅੱਜ ਤੋਂ ਬਾਅਦ ਇਹ ਕਾਨੂੰਨ ਇਸ ਤਰ੍ਹਾਂ ਹੋਏਗਾ। ਲਾਅ ਇਨ ਆਰਡਰ ਆ ਗਿਆ ਜੀ, ਸਰਕਾਰ ਨੇ ਇੱਕ ਨਵੀਂ ਪਾਲਿਸੀ ਲਿਆਂਦੀ ਜੀ। ਇਹ ਸਾਰਾ ਕੁਝ ਹੁਕਮ ਨਾਲ ਜੁੜਿਆ ਹੋਇਆ। ਹੁਣ ਸਰਕਾਰ ਆਪ ਨਹੀਂ ਚੱਲ ਕੇ ਆਈ, ਜੱਜ ਸਾਡੇ ਕੋਲ ਆਪ ਨਹੀਂ ਚੱਲ ਕੇ ਆਇਆ, ਸੁਪਰੀਮ ਕੋਰਟ ਸਾਡੇ ਕੋਲ ਚੱਲ ਕੇ ਨਹੀਂ ਆਈ, ਬਟ ਉਹ ਆਰਡਰ ਦੇ ਰੂਪ ਦੇ ਵਿੱਚ, ਹੁਕਮ ਦੇ ਰੂਪ ਵਿੱਚ ਸਾਡੇ ਤੱਕ ਪਹੁੰਚ ਗਈ ਹੈ। ਪਰ ਕਰਤੇ ਦੀ ਇੱਕ ਖਾਸੀਅਤ ਕੀ ਹੈ, ਖੂਬੀ ਕੀ ਹੈ? ਉਹ ਹੁਕਮ ਦੇ ਰੂਪ ਚ ਵੀ ਸਾਡੇ ਚ ਬੈਠਾ ਹੈ, ਤੇ ਉਹ ਜੋਤ ਰੂਪ ਚ, ਹਾਕਮ ਦੇ ਰੂਪ ਚ ਵੀ ਸਾਡੇ ਚ ਬੈਠਾ ਹੈ। ਚਲਾ ਸਾਨੂੰ ਹੁਕਮ ਦੇ ਰੂਪ ਚ ਹੀ ਰਿਹਾ। ਹੁਣ ਸਾਡੇ ਅੰਦਰ ਵੀ ਹੁਕਮ ਵਰਤ ਰਿਹਾ, ਸਾਡੇ ਨਾਲ ਵੀ ਹੁਕਮ ਵਰਤ ਰਿਹਾ, ਸਾਡੇ ਆਲੇ ਦੁਆਲੇ ਵੀ ਹੁਕਮ ਵਰਤ ਰਿਹਾ, ਸਾਡੀ ਬੋਡੀ ਤੇ ਸਰੀਰ ਤੇ ਵੀ ਹੁਕਮ ਵਰਤ ਰਿਹਾ। ਅਸੀਂ ਉਹਦੇ ਹੁਕਮ ਨਾਲ ਸਾਡਾ ਜਨਮ ਹੋਇਆ, ਸਾਡੇ ਸਰੀਰ ਦੀ ਘਾੜਤ ਘੜੀ ਗਈ, ਹੁਕਮ ਨਾਲ ਸਾਡੇ ਤੇ ਜਵਾਨੀ ਆਉਂਦੀ ਹੈ, ਹੁਕਮ ਨਾਲ ਸਾਡਾ ਸਰੀਰ ਵੱਡਾ ਹੁੰਦਾ, ਹੁਕਮ ਨਾਲ ਬੁਢਾਪਾ ਆਉਂਦਾ, ਹੁਕਮ ਨਾਲ ਸਰੀਰ ਬਿੰਸ ਜਾਂਦਾ। ਇਹ ਵੀ ਹੁਕਮ ਚੱਲ ਰਿਹਾ। ਆਕਾਰ ਬਣਦਾ ਵੀ ਹੁਕਮ ਨਾਲ ਹੈ, ਆਕਾਰ ਮਿਟਦਾ ਵੀ ਹੁਕਮ ਨਾਲ ਹੈ। ਹੁਣ ਆਕਾਰ ਦਾ ਅਰਥ ਹੋ ਗਿਆ ਮੈਟਰ, ਮਾਇਆ। ਜੋ ਚੀਜ਼ ਅਸੀਂ ਸੰਸਾਰ ਵਿੱਚ ਅੱਖ ਖੋਲਣ ਤੋਂ ਬਾਅਦ ਅਸੀਂ ਦੁਨੀਆ ਵਿੱਚ ਜੋ ਵੇਖਿਆ, ਜੋ ਕੁਝ ਵੀ ਅਸੀਂ ਧਿਆਨ ਵਿੱਚ ਆਇਆ, ਸਾਡੇ ਪਕੜ ਵਿੱਚ ਆ ਗਿਆ, ਉਹ ਬਣਿਆ ਉਹਦੇ ਹੁਕਮ 'ਚ ਹੀ ਹੈ। ਸੂਰਜ ਕਿਹਨੇ ਬਣਾਇਆ? ਕਹਿੰਦੇ ਹੁਕਮ ਨੇ ਬਣਾਇਆ, ਹਾਕਮ ਨੇ ਬਣਾਇਆ, ਹੁਕਮ ਨਾਲ ਬਣਾਇਆ। ਬਣਾਇਆ ਨਹੀਂ, ਉਹਨੇ ਚਲਾਇਆ ਵੀ ਹੁਕਮ ਦੇ ਵਿੱਚ ਹੈ। ਸੂਰਜ ਆਪਣੀ ਮਰਜ਼ੀ ਨਹੀਂ ਕਰ ਸਕਦਾ, ਤਾਰੇ ਚੰਦਰਮਾ ਆਪਣੀ ਮਰਜ਼ੀ ਨਹੀਂ ਕਰ ਸਕਦੇ। ਇਹ ਜੇ ਦਿਨ ਰਾਤ ਬਣ ਰਹੇ ਨੇ, ਧਰਤੀ ਉਹਨੇ ਘੁਮਾਈ ਹੈ, ਹੁਕਮ 'ਚ ਘੁਮਾਈ। ਧਰਤੀ ਨੂੰ ਕੌਣ ਘੁਮਾ ਰਿਹਾ? ਹੁਣ ਦੇਖੋ, ਅਸੀਂ ਪੱਖਾ ਸਾਡੇ ਘਰਾਂ 'ਚ ਘੁੰਮ ਰਿਹਾ, ਪੱਖੇ ਨੂੰ ਕੋਈ ਘੁਮਾ ਰਹੀ ਹੈ ਨਾ ਸ਼ਕਤੀ, ਤਾਕਤ। ਹੁਣ ਦੇਖੋ, ਤੁਹਾਨੂੰ ਪੱਖਾ ਤੇ ਦਿਸੇਗਾ ਘੁੰਮਦਾ, ਪਰ ਤੁਹਾਨੂੰ ਘੁਮਾਉਣ ਵਾਲੀ ਤਾਕਤ ਨਹੀਂ ਦਿਸ ਸਕਦੀ। ਅਸੀਂ ਵਾਇਰ ਦੇਖ ਲਾਂਗੇ, ਵਾਇਰ ਤੋਂ ਬਾਅਦ ਅਸੀਂ ਫਿਰ ਉਹਦੇ ਵਿੱਚ ਪਹਿਲਾਂ ਸਾਨੂੰ ਵਾਇਰ ਦਾ ਆਕਾਰ ਦਿਖੇਗਾ ਰਬੜ ਦੇ ਰੂਪ ਦੇ ਵਿੱਚ, ਰਬੜ ਛਿੱਲਾਂਗੇ ਤੇ ਵਿੱਚੋਂ ਕਾਪਰ ਨਿਕਲ ਆਏਗਾ, ਪਰ ਕਾਪਰ ਵੀ ਨਹੀਂ ਅਸਲ 'ਚ ਚਲਾ ਰਿਹਾ। ਚਲਾਉਣ ਵਾਲੀ ਪਾਵਰ ਬਿਜਲੀ ਹੈ, ਇਲੈਕਟ੍ਰਿਸਿਟੀ, ਜਿਹਨੂੰ ਅਸੀਂ ਕਰੰਟ ਕਹਿੰਦੇ ਆ, ਪਰ ਕਰੰਟ ਹੁਣ ਦਿਸਦਾ ਨਹੀਂ।
करंट किसी को नहीं दिसता। करंट की है? करंट हुक्म है। करंट हुक्म है। हुक्म रूप करंट ने एक पखे ਨੂੰ घुमा ਦਿੱਤਾ। ਹੁਕਮ ਰੂਪ ਕਰੰਟ ਜੇ ਵੱਧ ਜਾਏ ਤਾਂ ਪੱਖੇ ਨੂੰ ਸਾੜ ਵੀ ਸਕਦਾ ਹੈ, ਉਹ ਘਟ ਜਾਏ ਤੇ ਪੱਖੇ ਨੂੰ ਰੋਕ ਵੀ ਸਕਦਾ ਹੈ। ਹੁਣ ਇਹ ਆਪਾਂ ਕੇਵਲ ਸਮਝਣ ਵਾਸਤੇ ਗੱਲ ਕੀਤੀ ਹੈ। ਇਸੇ ਤਰ੍ਹਾਂ ਹੁਕਮ ਦੀ ਸ਼ਕਤੀ ਹੈ ਜਿਹੜੀ ਸਾਨੂੰ ਵੀ ਚਲਾ ਰਹੀ ਹੈ। ਸਾਡੇ ਅੰਦਰ ਜੇ ਹੁਕਮ ਨਾ ਹੋਵੇ ਜਾਂ ਕਰਤਾ ਸਾਡੇ ਵਿੱਚ ਨਾ ਹੋਵੇ, ਜਾਂ ਜਦੋਂ ਆਪਣੇ ਆਪ ਨੂੰ ਬਾਹਰ ਕੱਢਦਾ ਸੀ ਖਤਮ ਆ, ਮਿੱਟੀ ਆ। ਆਪਾਂ ਪਿੱਛੇ ਦਿਨ ਇੱਕ ਗੱਲ ਕੀਤੀ ਸੀ ਕਿ ਅਸਲ 'ਚ ਜਿਹੜਾ ਜੀਵ ਹੈ ਨਾ, ਬੰਦਾ, ਆਪਾਂ ਜੀ ਰਹੇ ਹਾਂ ਨਾ, ਆਪਾਂ ਕਹਿੰਦੇ ਅਸੀਂ ਜੀ ਰਹੇ ਹਾਂ। ਸਾਡੇ ਆਪਾਂ ਕਹਾਂਗੇ ਕਿਉਂ, ਕਿਵੇਂ ਜੀ ਰਹੇ ਹਾਂ ਜੀ? ਸਾਡੇ ਸਾਹ ਚੱਲਦੇ ਨੇ, ਅਸੀਂ ਤਾਂ ਜੀ ਰਹੇ ਹਾਂ। ਅਸੀਂ ਸਾਹ ਲੈ ਰਹੇ ਹਾਂ, ਸਵਾਸਾਂ ਨਾਲ ਜੁੜੇ ਹਾਂ, ਪ੍ਰਾਣ ਸਾਡੇ ਚੱਲਦੇ ਨੇ। ਪਰ ਪ੍ਰਾਣ ਵੀ ਸਾਡੇ ਆਪਣੀ ਮਰਜ਼ੀ ਨਾਲ ਨਹੀਂ ਚੱਲਦੇ, ਸਾਹ ਵੀ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਲੈ ਰਹੇ। ਸਾਹ ਲੈਂਦੇ ਸਭ ਲਵਾਇਆ, ਉਹਨੇ ਸਾਹ ਲਵਾਏ ਹੋਏ ਨੇ ਤਾਂ ਲੈ ਰਹੇ ਹਾਂ, ਔਰ ਜਿੰਨੇ ਉਹਨੇ ਦੇਣੇ ਨੇ ਉਨੇ ਹੀ ਲਵਾਂਗੇ। ਜੇ ਪ੍ਰਾਣ ਸਾਹ ਸਾਡੇ ਵਸ ਵਿੱਚ ਹੋਣ, ਅਸੀਂ ਕਦੇ ਨਾ ਸਾਹ ਛੱਡੀਏ ਆਪਣੇ। ਕੋਈ ਬੰਦਾ ਦੁਨੀਆ ਦਾ ਪ੍ਰਾਣ ਨਾ ਤਿਆਗੇ, ਮਰਨਾ ਕੋਈ ਵੀ ਨਹੀਂ ਚਾਹੁੰਦਾ। ਪ੍ਰਾਣ ਛੱਡਣੇ ਤਾਂ ਕੋਈ ਨਹੀਂ ਨਾ ਚਾਹੁੰਦਾ, ਨਾ ਕੋਈ ਮਰਨਾ ਚਾਹੁੰਦਾ ਹੈ, ਨਾ ਕੋਈ ਸਵਾਸ ਤਿਆਗਣੇ ਚਾਹੁੰਦਾ ਹੈ, ਪਰ ਸਭ ਨੂੰ ਤਿਆਗਣੇ ਪੈਂਦੇ ਨੇ। ਕਿਉਂ? ਕਿਉਂਕਿ ਸਾਹ ਲੈਣ ਵਾਲਾ ਕੋਈ ਹੋਰ ਹੈ। ਅਸਲ 'ਚ ਸਾਹ ਕਿਸੇ ਹੋਰ ਦੇ ਕੰਟਰੋਲ 'ਚ ਨੇ, ਸਾਡੇ 'ਚ ਨਹੀਂ ਹੈਗੇ। ਇਹੀ ਜਿਹੜੇ ਭਰਮ ਸੀ ਨਾ, ਇਹ ਭਰਮ ਹੀ ਗੁਰਬਾਣੀ ਨੇ ਦੂਰ ਕੀਤੇ ਨੇ ਅਸਲ 'ਚ। ਮੈਂ ਅੱਜ ਇੱਕ ਵਿਚਾਰ ਚੱਲ ਰਹੀ ਸੀ ਸ਼ਾਮੀ, ਮੇਰੇ ਧਿਆਨ 'ਚ ਆਈ ਸੀ ਵੀ ਜਿਹੜੀ ਗੁਰਬਾਣੀ ਹੈ ਨਾ, ਆਪਾਂ ਜਦੋਂ ਵਿਚਾਰ ਕਰਦੇ ਹਾਂ ਤੇ ਕਈ ਵਾਰੀ ਸਾਨੂੰ ਲੱਗਦਾ ਵੀ ਗੁਰਬਾਣੀ ਸਾਨੂੰ ਬਹੁਤ ਜ਼ਿਆਦਾ ਡਰਾ ਰਹੀ ਹੈ, ਜਾਂ ਸਾਨੂੰ ਸੰਸਾਰ ਦੇ ਵਿੱਚੋਂ, ਜੰਜਾਲਾਂ ਦੇ ਵਿੱਚੋਂ, ਹਨਾ, ਬਹੁਤ ਡਰਾ ਧਮਕਾ ਕੇ ਜਾਂ ਏਦਾਂ ਦੀ ਸਾਡੇ ਤੇ ਇੱਕ ਪ੍ਰਭਾਵ ਜਿਹਾ ਪਾ ਰਹੀ ਹੈ ਹੋਰ। ਬਟ ਨਹੀਂ, ਅਸਲ 'ਚ ਗੁਰਬਾਣੀ ਸਾਨੂੰ ਨਿਰਲੇਪ ਕਰ ਰਹੀ ਹੈ। ਗੁਰਬਾਣੀ ਸਾਡੇ ਮਨ ਦੇ ਭਰਮ ਨੂੰ ਦੂਰ ਕਰ ਰਹੀ ਹੈ, ਹਕੀਕਤ ਬਿਆਨ ਕਰ ਰਹੀ ਹੈ। ਜਿਹੜੀ ਹਕੀਕਤ ਅੱਜ ਦੇ ਮਨੁੱਖ ਦੀ ਸਮਝ ਵਿੱਚ ਨਹੀਂ, ਪਕੜ ਵਿੱਚ ਨਹੀਂ, ਗੁਰਬਾਣੀ ਸਾਨੂੰ ਉਸ ਹਕੀਕਤ ਦੇ, ਉਸ ਸੱਚਾਈ ਦੇ ਦਰਸ਼ਨ ਕਰਵਾ ਰਹੀ ਹੈ ਕਿ ਹੇ ਜੀਵ, ਹੇ ਬੰਦੇ, ਤੂੰ ਕੀ ਮੰਨੀ ਬੈਠਾ ਹੈ? ਕਿੱਡਾ ਵੱਡਾ ਭਰਮ ਭੁਲੇਖਾ ਤੂੰ ਪਾਲਿਆ ਹੋਇਆ। ਤੂੰ ਕਿਹੜੇ ਪਾਸੇ ਚੱਲ ਆ? ਮੈਂ ਤੈਨੂੰ ਦੱਸਾਂ ਸੱਚਾਈ ਕੀ ਹੈ, ਹਕੀਕਤ ਕੀ ਹੈ। ਤੂੰ ਅਸਲੀਅਤ ਦੇ ਦਰਸ਼ਨ ਕਰ। ਤੈਨੂੰ ਸੱਚ ਪਤਾ ਹੋਵੇ, ਤੇਰੀ ਜ਼ਿੰਦਗੀ ਜੀਣ ਦਾ ਢੰਗ ਬਦਲ ਜਾਏ, ਤੇਰਾ ਨਜ਼ਰੀਆ ਚੇਂਜ ਹੋ ਜਾਏ, ਤੂੰ ਇੱਕ ਵਧੀਆ ਜੀਵਨ ਜੀ ਸਕੇਗਾ। ਗੁਰਬਾਣੀ ਸਾਨੂੰ ਇੰਨਾ ਗਿਆਨ ਦਿੰਦੀ ਹੈ, ਅਸੀਂ ਨਿਰਲੇਪ ਹੋ ਜਾਂਦੇ ਹਾਂ। ਰਵਾਂਗੇ ਫਿਰ ਵੀ ਮਾਇਆ 'ਚ, ਘਰ-ਬਾਰ ਵੀ ਹੋਏਗਾ ਸਾਡਾ, ਪਰਿਵਾਰ ਫਿਰ ਵੀ ਚੱਲੇਗਾ, ਹਨਾ, ਗੁਜ਼ਾਰਾ ਫਿਰ ਵੀ ਕਰਾਂਗੇ, ਧਨ ਦੌਲਤ ਫਿਰ ਵੀ ਕਮਾਉਣਾ ਹੈ। ਪਰ ਉਹ ਤੋਂ ਬਾਅਦ ਤੁਹਾਡਾ ਨਜ਼ਰੀਆ ਇੰਨਾ ਕੁ ਚੇਂਜ ਹੋ ਜਾਂਦਾ, ਤੁਸੀਂ ਨਿਰਲੇਪ ਹੋ ਜਾਂਦੇ ਹੋ। ਤੁਹਾਡੇ ਵਿੱਚ ਫਿਰ ਆਮ ਲੋਕਾਂ ਵਾਂਗ, ਆਮ ਦੁਨੀਆ ਵਾਂਗ ਨਿੱਕੀ ਨਿੱਕੀ ਗੱਲ ਦਾ ਦੁੱਖ, ਝਗੜਾ, ਕਲੇਸ਼, ਹਨਾ, ਜਾਂ ਖੁਸ਼ੀਆਂ ਦੇ ਵਿੱਚ ਹਾਸੇ ਠੱਠੇ ਜਾਂ ਭਟਕਣਾ, ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਇਹਨੂੰ ਕਹਿੰਦੇ ਨੇ ਜੀਵਨ ਜੁਗਤ ਆ ਜਾਣੀ, ਜੀਵਨ ਜਾਚ ਆ ਜਾਣੀ। ਜਿਸ ਦਿਨ ਗੁਰਬਾਣੀ ਤੋਂ ਜਾਚ ਸਿੱਖਾਂਗੇ, ਸਾਨੂੰ ਵਾਕਈ ਜ਼ਿੰਦਗੀ ਜੀਣ ਦੀ ਚੰਗੀ ਜਾਚ ਆ ਜਾਏਗੀ। ਜਿਨ੍ਹਾਂ ਨੇ ਨਹੀਂ ਸਿੱਖੀ, ਹੁਣ ਉੱਥੇ ਕੀ ਹੁੰਦਾ? ਉੱਥੇ ਫਿਰ ਸਮੱਸਿਆਵਾਂ ਉਪਜਦੀਆਂ ਨੇ। ਉਪਜਦੀਆਂ ਵੀ ਅਸੀਂ ਆਪ ਹੀ ਉਪਜਾ ਲੈਂਦੇ ਆਪਣੇ ਅੰਦਰੋਂ, ਆਪਣੀ ਨਾ ਸਮਝੀ ਕਾਰਨ, ਆਪਣੇ ਅਗਿਆਨ ਕਾਰਨ। ਹੋਛੀ ਮਤ ਹੁੰਦੀ ਹੈ ਨਾ, ਉਹ ਸੰਸਾਰ ਵੱਲ ਦੌੜਦੀ ਹੈ, ਸੰਸਾਰ ਵੱਲ ਦੌੜਨ ਵਾਸਤੇ ਮਜਬੂਰ ਕਰਦੀ ਹੈ। ਪਰ ਜਿਉਂ ਤੁਹਾਡੀ ਮੱਤ ਵਿੱਚ, ਸਾਡੀ ਸਮਝ ਵਿੱਚ, ਸਾਡੀ ਪਕੜ ਵਿੱਚ, ਸਾਡੀ ਸੋਚ ਸਮਝ ਵਿੱਚ ਗੁਰੂ ਕੀ ਮੱਤ ਆ ਜਾਂਦੀ ਹੈ, ਸ਼ਬਦ ਆ ਜਾਂਦਾ ਹੈ, ਜਾਂ ਗਿਆਨ ਆ ਜਾਂਦਾ ਹੈ, ਇਹਨੂੰ ਅਸੀਂ ਸਾਰੇ ਨੂੰ ਕਹਿ ਸਕਦੇ ਹਾਂ। ਧਿਆਨ ਦਿਓ ਹੁਣ ਮੈਂ ਕੀ ਕਹਿਣ ਲੱਗਾ। ਸਮਝ ਆ ਗਈ, ਸੋਝੀ ਆ ਗਈ, ਗਿਆਨ ਹੋ ਗਿਆ। ਇਹਦੇ ਵਾਸਤੇ ਇੱਕੋ ਸ਼ਬਦ ਵਰਤ ਲਾਂਗੇ ਕਿ ਸਾਨੂੰ ਨਾਮ ਮਿਲ ਗਿਆ। ਸਾਡੇ ਅੰਦਰ ਨਾਮ ਪ੍ਰਗਟ ਹੋ ਗਿਆ, ਤੁਹਾਡਾ ਜੀਵਨ ਸਵਰ ਗਿਆ। ਨਾਮ ਨੇ ਸਾਡਾ ਦੁੱਖ ਰੋਹ ਕੱਟਣੇ ਆ ਨਾ। ਇਹ ਸਾਰਾ ਕੁਝ ਕੀ ਹੈ? ਨਾਮ ਹੈ। ਸੱਚ ਇਹ ਨਾਮ ਹੈ। ਇਹ ਨਾਮ ਅਗਰ ਸਾਡੀ ਜ਼ਿੰਦਗੀ 'ਚ ਆ ਜਾਏ ਤਾਂ ਮਹਾਰਾਜ ਕਹਿੰਦੇ ਖੂਬ 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 ਤੇਰੋ ਨਾਮ। ਤੇਰੀ ਮੱਤ, ਤੇਰਾ ਉਪਦੇਸ਼, ਤੇਰਾ ਗਿਆਨ, ਤੇਰੀ ਸਮਝ, ਤੇਰਾ ਪ੍ਰਕਾਸ਼, ਇਹ ਵਾਕਈ ਇਹਦੇ ਵਰਗਾ ਨਾਮ ਕਿਹੜਾ ਹੋ ਸਕਦਾ ਹੈ? ਤੋ ਗੁਰਬਾਣੀ ਦਾ ਗਿਆਨ ਹੈ ਜਿਹੜਾ, ਜਿਹੜੀ ਸਮਝ ਹੈ, ਇਹ ਅਸਲ 'ਚ ਹਰ ਇੱਕ ਚੀਜ਼ ਇਨਸਾਨ ਵਾਸਤੇ ਜ਼ਰੂਰੀ ਸੀ, ਬਟ ਅਸੀਂ ਇਸ ਨੂੰ ਗੈਰ ਜ਼ਰੂਰੀ ਕਰ ਦਿੱਤਾ। ਤੇ ਜਿਹੜੀ ਮਾਇਆ, ਜਿਹੜਾ ਸੰਸਾਰ ਗੈਰ ਜ਼ਰੂਰੀ ਸੀ, ਉਹਨੂੰ ਅਸੀਂ ਜ਼ਰੂਰੀ ਮੰਨ ਲਿਆ। ਇਹ ਗਲਤੀ ਮਨੁੱਖ ਕਰ ਰਿਹਾ ਹੈ। ਉਹ ਜ਼ਰੂਰੀ ਨਹੀਂ ਸੀ, ਉਹ ਮਜਬੂਰੀ ਸੀ ਸਾਡੀ। ਪਰ ਗੁਰਬਾਣੀ ਮਜਬੂਰੀ ਨਹੀਂ ਹੈ, ਗੁਰਬਾਣੀ ਜ਼ਰੂਰੀ ਹੈ। ਇਹ ਦੋ ਸ਼ਬਦਾਂ ਤੇ ਧਿਆਨ ਦਿਓ। ਉਹ ਤੇ ਸਾਡੀ ਮਜਬੂਰੀ ਹੈ ਵੀ ਸਾਨੂੰ, ਚਲੋ ਸੰਸਾਰ ਚ ਆਏ ਆ, ਰੋਜ਼ੀ ਰੋਟੀ ਕਮਾਉਣੀ ਹੈ, ਸਰੀਰ ਚ ਆਏ, ਸਰੀਰ ਨੂੰ ਪਾਲਣਾ ਮਜਬੂਰੀ ਬਣ ਗਈ। ਪਰ ਜ਼ਰੂਰੀ ਤੇ ਸੱਚ ਹੈ ਨਾ।
सच नाल जुड़ना जरूरी है भी सफर करना ਆਪਾਂ ਤੇ ਗੱਡੀ 'ਚ ਜਾ ਕੇ ਚੱਲਣਾ ਸਾਡੀ ਮਜਬੂਰੀ ਹੈ ਕਿਉਂਕਿ ਸਮਾਂ ਘੱਟ ਹੈ ਅਸੀਂ ਕੋਈ ਟ੍ਰੇਨ ਪਕੜਾਂਗੇ ਐਰੋਪਲੇਨ ਪਕੜਾਂਗੇ ਕੋਈ ਸਵਾਰੀ ਸਾਧਨ ਲੱਭਾਂਗੇ ਉਹ ਤੇ ਮਜਬੂਰੀ ਹੋ ਗਿਆ ਪਰ ਜ਼ਰੂਰੀ ਤੇ ਮੰਜ਼ਿਲ ਤੇ ਪਹੁੰਚਣਾ ਹੀ ਹੈ ਨਾ ਅਸੀਂ ਜ਼ਰੂਰੀ ਨੂੰ ਮਜਬੂਰੀ ਬਣਾ ਲਿਆ ਮਜਬੂਰੀ ਨੂੰ ਜ਼ਰੂਰੀ ਬਣਾ ਲਿਆ ਅਸੀਂ ਅੱਜ ਧਰਮ ਨੂੰ ਮਜਬੂਰੀ ਬਣਾ ਲਿਆ ਮਜਬੂਰੀ ਦੇ ਬੱਧੇ ਹੋਏ ਬੱਧਾ ਚੱਟੀ ਕਰ ਰਹੇ ਆ ਜਾਂ ਕੋਸ਼ਿਸ਼ ਕਰਦੇ ਆ ਵੀ ਸਰ ਜਾਏ नहीं होए बंदा कहता चलो मजबूरी है यार दुख पै गया चलो पाठ ही कर लीए चलो खंड पाठ करा दिए चलो हुण भाई साहब तो अरदास करा लीए फस गए हैं सारे पासे राह नहीं दिसदा भाई साहब जी अरदास कर दिओ साडी साडे नां ते पाठ कर दिओ असीं बड़े फस गए हैं बड़े औखे हैं साडा काम नहीं चलदा दुख पै गए है ना यही कुछ चली जांदा इहनूं कहंदे ने मजबूरी जदों असीं सच नूं जरूरी गैर जरूरी मान लिया माया मगर जुड़े उन्होंने जरूरी मान लिया वो जरूरी ने सानू मजबूरियां च फसा लिया तो ये गलती हर मनुख कर रहा है ਅਸੀਂ ਪਹਿਲਾਂ ਸ਼ਬਦ ਨੂੰ ਜ਼ਰੂਰੀ ਮੰਨੀਏ ਵੀ ਸਾਡੀ ਆਤਮਿਕ ਖੁਰਾਕ ਹੈ ਇਹ ਤੋਂ ਬਿਨਾ ਸਾਡਾ ਨਹੀਂ ਸਰਨਾ ਚਾਹੀਦਾ ਦੇਖੋ ਰੋਟੀ ਜ਼ਰੂਰੀ ਹੈ ਪੀਜ਼ਾ 버ਗਰ ਮਜਬੂਰੀ ਹੈ ਹੋ ਸਕਦਾ ਗੱਲ ਤੁਹਾਨੂੰ ਸਮਝ ਵਿੱਚ ਆ ਜਾਏ ਵੀ ਖਾਣ ਵਾਸਤੇ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਅਸੀਂ ਕਹਿੰਦੇ ਰੋਜ਼ੀ ਰੋਟੀ ਹੈ ਰੋਜ਼ੀ ਰੋਟੀ ਖਾਵਾਂਗੇ ਚੰਗੇ ਰਹਾਂਗੇ ਤੰਦਰੁਸਤ ਰਵਾਂਗੇ ਰੋਗ ਨਹੀਂ ਲੱਗਣਗੇ ਪਰ ਜੇ ਰੋਜ਼ ਪੀਜ਼ੇ ਖਾਈ ਜਾਓ रोज बर्गर खाई जाओ रोज कोल्ड ड्रिंक पी जाओ तो डॉक्टर भी कहता भी ना भाई अज तो बाद बंद कर दे वरना देख ला हार्ट अटैक ही होना सीधा मजबूरी च हो सकता कदे कदे भी अज लोड़ अज रोटी नहीं मिली अज असीं घर तो दूर हाँ रोटी बनी नहीं है जे अज रोटी का साधन नहीं अगला कहता चलो अज रेडीमेड फास्ट फूड ले लैंदे आ उदों मजबूरी सी कोई गल नहीं इसे तरह संसार का हर काम तुसीं देखोगे जदों किते भी इहनूं जोड़ लो असीं माया नूं जरूरी मान लिया धर्म नूं असीं मजबूरी मान लिया गैर जरूरी भी चलो ਇਹਦੀ ਕਿਹੜਾ ਲੋੜ ਆ ਕਦੇ ਲੋੜ ਪੈ ਗਈ ਸਵੇਰੇ ਸ਼ਾਮ ਕਰ ਲਿਆ 10 ਮਿੰਟ 5 ਮਿੰਟ ਇਹ ਪ੍ਰੋਬਲਮ ਆ ਰਹੀ ਹੈ ਗੁਰੂ ਸਾਹਿਬ ਉਸ ਪ੍ਰੋਬਲਮ ਨੂੰ ਦੂਰ ਕਰ ਰਹੇ ਨੇ ਸਾਨੂੰ ਉਹ ਸਮਝ ਦੇ ਰਹੇ ਨੇ ਉਹ ਗਿਆਨ ਦੇ ਰਹੇ ਨੇ ਕਿ ਨਹੀਂ ਤੈਨੂੰ ਪਤਾ ਹੋਵੇ ਅਸਲ 'ਚ ਧਰਮ ਕੀ ਹੁੰਦਾ ਹੈ ਧਰਮ ਸਾਡੀਆਂ ਅੱਖਾਂ ਖੋਲਦਾ ਹੈ ਸਾਨੂੰ ਚੇਤਨ ਕਰਦਾ ਹੈ ਸਾਨੂੰ ਚੇਤਨਤਾ ਦੇ ਨਾਲ ਜੋੜਦਾ ਹੈ ਉੱਥੋਂ ਪਤਾ ਲੱਗਦਾ ਹੁਕਮੀ ਹੋਵਨ ਆਕਾਰ ਇਹ ਸਾਰਾ ਕੁਝ ਹੁਕਮ ਦੇ ਵਿੱਚ ਹੋਇਆ ਜਿੰਨੇ ਆਕਾਰ ਦੇਖਦਾ ਜਿੰਨੀ ਰਚਨਾ ਦੇਖਦਾ ਜਿੰਨਾ ਵੀ ਮੈਟਰ ਪਦਾਰਥ ਕਿਸੇ ਵੀ ਵਸਤੂ ਨੂੰ ਵੇਖਦਾ ਉਹਦੇ ਹੁਕਮ ਵਿੱਚ ਹੈ ਹੁਣ ਕਈ ਵਾਰੀ ਕੀ ਹੁੰਦਾ ਅਸੀਂ ਕਹਾਂਗੇ ਇਹ ਘਰ ਤੇ ਬੰਦੇ ਨੇ ਬਣਾਇਆ ਮੰਨ ਲਓ ਮੈਂ ਕਹਿ ਸਕਦਾ ਵੀ ਘਰ ਥੋੜੀ ਰੱਬ ਨੇ ਬਣਾਇਆ ਜੀ ਘਰ ਤੇ ਅਸੀਂ ਆਪ ਬਣਾਏ ਨੇ ਘਰ ਤੇ ਮਿਸਤਰੀਆਂ ਨੇ ਬਣਾਏ ਨੇ ਮਨੁੱਖਾਂ ਨੇ ਬਣਾਏ ਨੇ ਇਸੇ ਤਰ੍ਹਾਂ ਕਾਰ ਵੀ ਮਨੁੱਖ ਨੇ ਬਣਾਈ ਆ ਟੀਵੀ ਮਨੁੱਖ ਨੇ ਬਣਾਇਆ ਮੋਬਾਈਲ ਮਨੁੱਖ ਨੇ ਬਣਾਇਆ ਹਨਾ ਸਾਡੇ ਐਪਲਾਈਐਂਸਸ ਹੋ ਗਏ ਸਾਡੇ ਮੋਟਰ ਵਹੀਕਲ ਸਾਧਨ ਘਰ-ਬਾਰ ਜੋ ਮਨੁੱਖ ਨੇ ਇਜਾਦ ਕੀਤਾ ਕੋਈ ਸ਼ੱਕ ਨਹੀਂ ਪਰ ਮਨੁੱਖ ਦੇ ਮਨ ਦੇ ਵਿੱਚ ਇਹਦੇ ਦਿਮਾਗ ਦੇ ਵਿੱਚ ਉਹ ਸ਼ਕਤੀ ਕਿਹਨੇ ਪਾਈ ਆ ਉਹ ਸਮਝ ਕਿਹਨੇ ਦਿੱਤੀ ਆ ਵੀ ਪਹਾੜ ਖੋਜੇਗਾ ਵਿੱਚੋਂ ਲੋਹਾ ਵੀ ਨਿਕਲਦਾ ਹੈ ਇਹਦੇ ਵਿੱਚ ਸੋਨਾ ਵੀ ਪਿਆ ਸਮੁੰਦਰ 'ਚ ਤੇਲ ਵੀ ਪਿਆ ਇਹ ਸੋਝੀ ਕਿਹਨੇ ਦਿੱਤੀ ਆ ਬਸ ਇਹਨੂੰ ਹੁਕਮ ਕਹਿੰਦੇ ਨੇ ਜੇ ਮਨੁੱਖ ਆਪਣੇ ਆਪ 'ਚ ਇੰਨਾ ਸਿਆਣਾ ਹੁੰਦਾ ਜਿਸ ਦਿਨ ਪਹਿਲਾ ਮਨੁੱਖ ਧਰਤੀ ਤੇ ਆਇਆ ਸੀ ਪਹਿਲੇ ਦਿਨ ਸਾਰੀਆਂ ਖੋਜਾਂ ਕਰ ਲੈਂਦਾ ਪਹਿਲੇ ਦਿਨ ਸਾਰਾ ਕੁਝ ਬਣਾ ਲੈਂਦਾ ਆਪਣਾ ਘਰ ਬਣਾ ਲੈਂਦਾ ਇਹ ਕਈ ਹਜ਼ਾਰ ਲੱਖ ਸਾਲ ਜੰਗਲਾਂ 'ਚ ਕਿਉਂ ਭਟਕਦਾ ਰਿਹਾ ਨੰਗਾ ਹੀ ਕਿਉਂ ਫਿਰਦਾ ਰਿਹਾ ਭੁੱਖਾ ਹੀ ਕਿਉਂ ਫਿਰਦਾ ਰਿਹਾ ਭੱਜਿਆ ਹੀ ਕਿਉਂ ਰਿਹਾ ਭਟਕਦਾ ਇੱਥੋਂ ਇਹ ਚੀਜ਼ਾਂ ਸਾਨੂੰ ਇਹ ਦੱਸਦੀਆਂ ਨੇ ਕਿ ਅਸਲ 'ਚ ਹੁਕਮ ਵੀ ਹੈ ਹੁਕਮ ਹੀ ਚੱਲ ਰਿਹਾ ਹੁਕਮ ਹੀ ਵਰਤ ਰਿਹਾ ਬਟ ਕਹਿਆ ਨਾ ਜਾਈ ਹੁਕਮ ਨੂੰ ਤੁਸੀਂ ਕਥਨ ਨਹੀਂ ਕਰ ਸਕਦੇ ਉਹਨੂੰ ਵਰਣਨ ਨਹੀਂ ਕਰ ਸਕਦੇ ਉਹਦਾ ਹੁਣ ਆਪਾਂ ਹੁਣ ਇੰਨੀ ਕੁ ਵਿਆਖਿਆ ਕੀਤੀ ਹੈ ਪਰ ਇਹਦੀ ਅਸੀਂ ਜੇ ਇਹਦੇ ਨਾਲੋਂ 1000 ਗੁਣਾ ਵਿਆਖਿਆ ਹੋਰ ਕਰ ਲਈ ਕਿਤੇ ਹੁਕਮ ਪੂਰਾ ਹੋ ਜਾਊਗਾ ਹੁਕਮ ਕਿਤੇ ਥੋੜੀ ਵੀ ਹੁਕਮ ਪੂਰਨ ਰੂਪ ਚ ਕਥਨ ਹੋ ਗਿਆ ਕਿਹਾ ਗਿਆ ਸੀ ਸਾਰਾ ਕਹਿ ਦਿੱਤਾ ਇਸ ਕਰਕੇ ਹੁਕਮ ਦੀ ਸਭ ਤੋਂ ਵੱਡੀ ਜਿਹੜੀ ਕੀਮਤ ਹੈ ਜਿਹੜੀ ਵੈਲਿਊ ਹੈ ਹੁਕਮ ਦੀ ਇਸ ਧਰਮ ਵਿੱਚ ਖਾਸ ਤੌਰ ਤੇ ਗੁਰਮਤ ਨੇ ਸਾਨੂੰ ਹੁਕਮ ਨਾਲ ਜੋੜਿਆ ਹਿੰਦੂ ਮਤ ਨੇ ਸਾਨੂੰ ਕਰਮ ਨਾਲ ਜੋੜਿਆ ਸੀਗਾ ਧਿਆਨ ਵਿੱਚ ਦਿਓ ਕਰਮ ਤੁਹਾਨੂੰ ਹੁਕਮ ਤੋਂ ਤੋੜਦਾ ਹੈ ਕਰਮ ਤੁਹਾਡੇ ਵਿੱਚ ਮੈਂ ਪੈਦਾ ਕਰਦਾ ਹੈ ਕਰਮ ਤਾਂ ਕਹਿੰਦਾ ਨਾ ਮੈਂ ਕੀਤਾ ਕਰਮ ਦਾ ਅਰਥ ਕੀ ਹੈ ਜੋ ਮੈਂ ਕਰ ਸਕਦਾ ਹੁਣ ਦੇਖੋ ਦੋ ਗੱਲਾਂ ਹੁੰਦੀਆਂ ਨੇ ਕਹਿੰਦੇ ਨੇ ਗੱਲ ਕਹਿਣ ਦੇ ਢੰਗ 'ਚ ਫਰਕ ਹੁੰਦਾ ਹੈ ਗੱਲ ਸੇਮ ਹੁੰਦੀ ਹੈ ਬਟ ਤੁਹਾਡਾ ਕਹਿਣ ਦਾ ਸਟਾਈਲ ਨਜ਼ਰੀਆ ਜਾਂ ਤੁਹਾਡੇ ਵਰਡ ਜਾਂ ਸ਼ਬਦਾਵਲੀ ਤੁਹਾਡੇ ਭਾਵ ਨੂੰ ਪ੍ਰਗਟ ਕਰ ਦਿੰਦੀ ਹੈ ਇੱਕ ਕਹਿੰਦਾ ਜੀ ਮੈਂ ਕੀਤਾ ਮੈਂ ਨਾ ਹੁੰਦਾ ਤੇ ਬੜਾ ਔਖਾ ਸੀ ਜੀ ਇਹ ਤੇ ਮੈਂ ਇਸ ਪਾਸੇ ਤੁਰਿਆ ਮੈਂ ਲੱਗਿਆ ਮੈਂ ਮਿਹਨਤ ਕੀਤੀ ਮੈਂ ਦੌੜ ਭੱਜ ਕੀਤੀ ਤਾਂ ਮੈਂ ਇੰਨਾ ਕੁਝ ਬਣਾਇਆ ਇਹ ਦੁਨੀਆ ਤਕਰੀਬਨ 90% ਲੋਕ ਇਸੇ ਗੱਲ ਨੂੰ ਕਹਿੰਦੇ ਨੇ ਜਦੋਂ ਤੁਹਾਡੇ ਅੰਦਰ ਧਰਮ ਦਾ ਪ੍ਰਕਾਸ਼ ਹੁੰਦਾ ਹੈ
मैं फिर इहनूं दूजे पासे लै जाना कि जदों तुहानूं नाम मिलदा है, ज्ञान हो गया, सोझी हो गई, शब्द उतरे आए, तुहानूं धर्म की जानकारी हो गई, बाणी का तुहाडे अंदर प्रकाश हो गया, इक्को वर्ड वरतांगे तुहानूं नाम मिल गया, उदों तुसीं ये कहंदे हो भी इह मालिक ने किरपा कीती है जो सानूं इस लायक बनाता, ਜਾਂ ਉਹਨੇ ਸਾਡੇ ਰਾਹੀਂ ਇਹ ਸੇਵਾ ਲੈ ਲਈ, ਸਾਡੇ ਰਾਹੀਂ ਇਹ ਕਰਵਾ ਲਿਆ, ਵਰਨਾ ਸਾਡੇ 'ਚ ਸਮਰੱਥਾ ਨਹੀਂ ਸੀ। ਹੁਣ ਗੱਲ ਉਹੀ ਹੈ, ਇੱਕ ਨੇ ਮੰਨਿਆ ਵੀ ਮੇਰੇ ਤੋਂ ਕਰਾਇਆ ਜਾਂ ਉਹਨੇ ਮੈਨੂੰ ਇਹਦੇ ਯੋਗ ਕੀਤਾ, ਦੂਜਾ ਕਹਿ ਰਿਹਾ ਵੀ ਮੈਂ ਕੀਤਾ, ਉਹ ਕੌਣ ਹੈ, ਤੀਜਾ ਹੈ ਹੀ ਨਹੀਂ ਕੋਈ। ਹੋਣਾ ਤੇ ਸਾਡੇ ਰਾਹੀਂ ਹੈ ਨਾ, ਮੋਹਰੇ ਤੇ ਆਪਾਂ ਹੀ ਆ, ਪਰ ਪਿੱਛੇ ਡੋਰ ਉਹਦੀ। ਅਸੀਂ ਕਠਪੁਤਲੀਆਂ ਹਾਂ, ਨੱਚਦੀ ਕਠਪੁਤਲੀ ਹੁੰਦੀ ਹੈ, ਦਿਸਦੀ ਕਠਪੁਤਲੀ ਹੈ। ਕਾਠ ਕੀ ਪੁੱਤਰੀ ਕਹਾਂ ਕਰੇ ਬਪੁਰੀ, ਖਿਲਾਵਨ ਹਾਰ ਨਾ ਜਾਣੈ। ਇਹ ਖਿਲਾਉਣ ਵਾਲੇ ਨੂੰ ਨਹੀਂ ਮੰਨ ਰਹੀ, ਕਠਪੁਤਲੀ ਕਹਿੰਦੀ ਹੈ ਮੈਂ ਨੱਚਦੀ ਆ, ਜਿਹਨੂੰ ਉਹ ਧਾਗਾ ਨਜ਼ਰ ਆ ਗਿਆ ਕਹਿੰਦਾ ਭਾਈ ਭਲੀਏ ਤੈਨੂੰ ਕੋਈ ਨਚਾ ਰਿਹਾ, ਤੂੰ ਵੀ ਤਾਂ ਨੱਚਦੀ ਆ, ਬਸ ਗੱਲ ਇੰਨੀ ਹੈ। ਸਾਨੂੰ ਕੋਈ ਨਚਾ ਰਿਹਾ, ਸਾਨੂੰ ਕੋਈ ਚਲਾ ਰਿਹਾ, ਸਾਨੂੰ ਕੋਈ ਜੀਵਨ ਦੇ ਰਿਹਾ, ਸਾਤੋਂ ਕੋਈ ਜੀਵਨ ਲੈ ਰਿਹਾ, ਬਸ ਉਹ ਜਿਹੜੀ ਸ਼ਕਤੀ ਆ ਉਹ ਇੱਕ ਹੈ ਤੇ ਉਹ ਸੱਤ ਹੈ, ਉਹਦੇ ਹੁਕਮ 'ਚ ਸਭ ਕੁਝ ਹੋ ਰਿਹਾ। ਹੁਕਮ ਹੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਪਰ ਕਹਿੰਦੇ ਇਹਨੂੰ ਜੇ ਤੁਸੀਂ ਕਹੋ ਵੀ ਇਹਨੂੰ ਮੈਂ ਕਥਨ ਕਰਦਾ, ਕਹਿ ਦਿਆਂ, ਇਹਦਾ ਪੂਰਨ ਰੂਪ 'ਚ ਵਿਖਿਆਨ ਕਰਦਾ, ਗੁਰੂ ਸਾਹਿਬ ਕਹਿੰਦੇ ਵੀ ਨਹੀਂ, ਇਹ ਸਾਡੇ ਦੀ ਵੱਸ ਦੀ ਗੱਲ ਨਹੀਂ ਹੈ। ਹੁਣ ਹੁਕਮ ਦੀ ਵਿਆਖਿਆ ਸਾਰੀ ਸ੍ਰਿਸ਼ਟੀ ਨਾਲ ਜੋੜ ਕੇ ਦੇਖ ਲਓ। ਮਾਊਂਟ ਐਵਰੈਸਟ ਪਹਾੜ, ਸੰਸਾਰ ਦੀ ਉੱਚੀ ਚੋਟੀ ਅਸੀਂ ਥੋੜੀ ਬਣਾ ਰਹੀ ਹੈ, ਕਿਹਨੇ ਬਣਾਈ ਹੈ? ਉਹਦਾ ਹੁਕਮ ਹੋਇਆ, ਉਹਨੂੰ ਆਕਾਰ ਮਿਲ ਗਿਆ ਉਹਨਾਂ ਉੱਚਾ। ਸਮੁੰਦਰ ਨੂੰ ਆਕਾਰ ਮਿਲ ਗਿਆ, ਧਰਤੀ ਨੂੰ ਆਕਾਰ ਮਿਲ ਗਿਆ, ਫਿਰ ਇੱਕ ਨਹੀਂ, ਫਿਰ ਧਰਤੀ ਹੋਰ ਪਰ ਹੈ, ਹੋਰ। ਫਿਰ ਹੁਣ ਸਾਇੰਸ ਮੰਨਦੀ ਹੈ ਵੀ ਇਹ ਸਾਰਾ ਕੁਝ ਇੱਕ ਗਲੈਕਸੀ ਵਿੱਚ ਹੈ, ਤੇ ਗਲੈਕਸੀ ਇੱਕ ਨਹੀਂ ਹੈਗੀ, ਗਲੈਕਸੀਆਂ ਵੀ ਲੱਖਾਂ ਦੀ ਗਿਣਤੀ 'ਚ ਨੇ, ਸੂਰਜ ਕਰੋੜਾਂ ਦੀ ਗਿਣਤੀ 'ਚ ਨੇ, ਫਿਰ ਸੂਰਜਾਂ ਤੋਂ ਵੱਡੇ ਸੂਰਜ ਨੇ, ਉਹਨਾਂ ਤੋਂ ਵੱਡੇ ਵੀ ਸੂਰਜ ਨੇ, ਉਹਨਾਂ ਤੋਂ ਵੱਡੇ ਵੀ। ਹੱਦ ਹੋ ਗਈ। ਉਹ ਕਿਹਨੇ ਬਣਾਏ? ਕਹਿੰਦੇ ਬਸ ਉਹ ਹੁਕਮ ਨੇ ਬਣਾਏ ਨੇ, ਉਹਨੂੰ ਸਮਝਿਆ ਨਹੀਂ ਜਾ ਸਕਦਾ, ਉਹਦੇ ਨਾਲ ਜੁੜਿਆ ਹੀ ਜਾ ਸਕਦਾ। ਉਹਦੇ ਅੱਗੇ ਸਿਰ ਝੁਕਾ ਕੇ ਸਰੈਂਡਰ ਹੋ ਜਾਓ, ਸਾਡੇ ਵਾਸਤੇ ਇੰਨਾ ਹੀ ਬਹੁਤ ਹੈ। ਅਸੀਂ ਮੰਨ ਲਈਏ ਬਸ ਵੀ ਹਾਂ ਪਾਤਸ਼ਾਹ ਤੇਰੇ ਹੁਕਮ 'ਚ ਹੀ ਹੋ ਰਿਹਾ, ਅਸੀਂ ਤੇਰੇ ਹੁਕਮ 'ਚ ਹੀ ਚੱਲ ਰਹੇ ਹਾਂ। ਇੱਥੇ ਤੁਹਾਡੇ ਅੰਦਰੋਂ ਹਉਮੈ, ਅਹੰ ਭਾਵ, ਹੰਕਾਰ, ਮੈਂ, ਇਹ ਜੋ ਸਾਡੀ ਚੀਜ਼ ਸਾਡੇ ਅੰਦਰ, ਇਹ ਜਿਹੜੀ ਮਲੀਨਤਾ ਦੀ ਮੈਲ ਭਰੀ ਹੈ, ਹੰਕਾਰ ਦੀ, ਈਗੋ ਦੀ, ਇਹ ਸਾਡੀ ਮੈਲ ਧੋਣੀ ਸ਼ੁਰੂ ਹੋ ਜਾਂਦੀ ਹੈ। ਇੱਥੇ ਅਸੀਂ ਨਿਰਮਲ ਹੋਣਾ ਸ਼ੁਰੂ ਹੁੰਦੇ ਹਾਂ। ਆ ਇੱਕੋ ਹੀ ਪੰਕਤੀ ਕਪਾਟ ਖੋਲੀ ਜਾ ਰਹੀ ਹੈ, ਇਹਦਾ ਜਿੰਨਾ ਮਰਜ਼ੀ ਅਸੀਂ ਵਿਸਥਾਰ ਕਰ ਲਈਏ, ਆਕਾਰ ਦਾ ਜਿੰਨਾ ਮਰਜ਼ੀ ਵਿਆਖਿਆ ਕਰ ਲਓ ਤੁਸੀਂ, ਇਹ ਮੁੱਕਣੀ ਨਹੀਂ ਹੈ। ਹੁਣ ਗਿਆਨ ਨੂੰ ਵੀ ਆਕਾਰ ਮਿਲਿਆ ਹੋਇਆ, ਆਕਾਰ ਦੀ ਗੱਲ ਕਰੀਏ, ਗਿਆਨ ਦਾ ਵੀ ਆਕਾਰ ਹੈ। ਆਕਾਰ ਕਿਹੜਾ? ਹੁਣ ਗਿਆਨ ਦਾ ਅਸਲ 'ਚ ਕੋਈ ਇਸ ਤਰ੍ਹਾਂ ਦਾ ਆਕਾਰ ਨਹੀਂ ਹੁੰਦਾ ਸਰੀਰ ਵਰਗਾ, ਬਟ ਗਿਆਨ ਨੂੰ ਜਦੋਂ ਤੁਸੀਂ ਮੈਟੀਰੀਅਲ ਤੇ ਅਪਲਾਈ ਕਰਦੇ ਹੋ, ਉੱਥੇ ਆਕਾਰ ਨਿਕਲ ਆਉਂਦਾ ਹੈ। ਇੱਕ ਬੰਦੇ ਨੂੰ ਗਿਆਨ ਹੋ ਗਿਆ ਵੀ ਜਿਹੜਾ ਦਰਖਤ ਹੈ, ਇਹਦੇ ਚੋਂ ਮੈਂ ਕੁਝ ਕੱਟ ਕੇ ਕਾਗਜ਼ ਵੀ ਬਣਾ ਸਕਦਾ। ਉਹਨੇ ਆਪਣਾ ਗਿਆਨ ਵਰਤਿਆ, ਉਹ ਗਿਆਨ ਨੇ ਆਕਾਰ ਕੀ ਲੈ ਲਿਆ, ਉਹਨੂੰ ਕਾਗਜ਼ ਦਾ ਰੂਪ ਦੇ ਦਿੱਤਾ। ਡਾਇਰੈਕਟ ਕਾਗਜ਼ ਦਾ ਕਿਸੇ ਵੀ ਨਹੀਂ ਬਣਦਾ ਨਾ। ਇਸੇ ਤਰ੍ਹਾਂ ਹਰੇਕ ਪਦਾਰਥ ਤੁਹਾਡੇ ਗਿਆਨ ਨਾਲ ਜੁੜਿਆ ਹੋਇਆ ਹੈ। ਪਰ ਬੰਦਾ ਇਹ ਨਾ ਕਹੇ ਵੀ ਮੈਂ ਕੀਤਾ, ਉਹ ਕਹਿੰਦੇ ਜਿਹੜਾ ਗਿਆਨ ਦਿੱਤਾ ਹੈ ਕਿਹਨੇ ਦਿੱਤਾ ਹੈ, ਬਸ ਇੱਥੇ ਆ ਕੇ ਗੱਲ ਖਤਮ ਹੋ ਜਾਂਦੀ ਹੈ। ਆਕਾਰ ਰੱਬ ਨੇ ਜਹਾਜ਼ ਆਪ ਨਹੀਂ ਆ ਕੇ ਬਣਾਏ, ਨਾ ਉਹਨੇ ਜਹਾਜ਼ ਪੈਦਾ ਕੀਤੇ ਨੇ, ਨਾ ਉਹਨੇ ਜਹਾਜ਼ ਉੱਪਰੋਂ ਸੁੱਟੇ ਨੇ, ਨਾ ਉਹਨੇ ਜਹਾਜ਼ ਦਰਖਤਾਂ ਨੂੰ ਲਾਏ ਨੇ। ਦਰਖਤ ਕਿੱਥੋਂ ਆਇਆ? ਸੌਰੀ, ਜਹਾਜ਼ ਕਿੱਥੋਂ ਬਣਿਆ? ਸਾਡੇ ਅੰਦਰੋਂ ਬਣਿਆ, ਮਨੁੱਖੀ ਹਿਰਦੇ ਚੋਂ ਬਣਿਆ, ਇਹਦੇ ਬ੍ਰੇਨ ਚੋਂ ਬਣਿਆ, ਇਹਦੇ ਅੰਦਰੋਂ ਗਿਆਨ ਆਇਆ, ਪ੍ਰਗਟ ਹੋਇਆ, ਹੌਲੀ ਹੌਲੀ ਪ੍ਰਗਟ ਹੁੰਦਾ 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 ਤਰੱਕੀ ਕਰਦਾ, ਹੋਰ 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 ਕਰਦਾ ਕਰਦਾ ਕਿੱਥੇ ਅੱਜ ਪਹੁੰਚ ਗਿਆ ਬੰਦਾ? ਰੌਕਟਾਂ ਤੱਕ ਪਹੁੰਚ ਗਿਆ। ਪਰ ਕਿਵੇਂ ਪਹੁੰਚਿਆ? ਕਹਿੰਦੇ ਹੁਕਮ ਹੀ ਹੋਵਨ ਆਕਾਰ, ਇਹਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ। ਹੁਣ ਇਹਦਾ ਇੱਕ ਦੂਜਾ ਇੱਕ ਅਰਥ ਮੈਂ ਹੋਰ ਬੇਨਤੀ ਕਰਾਂ, ਕਹਿਆ ਨਾ ਜਾਈ, ਹੁਕਮ ਨਾ ਕਹਿਆ ਜਾਈ, ਇਹਦਾ ਅਰਥ ਕੀ ਹੈ? ਕਹਿੰਦੇ ਵੀ ਜਿਹੜਾ ਇਹ ਹੁਕਮ ਹੈ, ਇਹਨੂੰ ਪਰਮੇਸ਼ਰ ਨੇ ਸਾਡੇ ਵਾਂਗ ਕਿਹਾ ਨਹੀਂ, ਜਿਵੇਂ ਅਸੀਂ ਕਹਿੰਦੇ ਆ। ਭਾਵ ਜਿਵੇਂ ਬੋਲ ਕੇ ਆਵਾਜ਼ ਹੈ, ਜਿਹੜੀ ਆਵਾਜ਼ ਨਾ ਸਾਡੀ ਆਵਾਜ਼, ਇਹ ਵੀ ਹੁਕਮ ਹੈ। ਜਿਵੇਂ ਮਾਂ ਬੱਚੇ ਨੂੰ ਕਹਿੰਦੀ ਹੈ ਬੇਟਾ ਕੰਮ ਕਰ, ਇਹ ਹੁਕਮ ਹੈ। ਸਕੂਲ ਦੇ ਵਿੱਚ ਟੀਚਰ ਆਪਣੇ ਸਟੂਡੈਂਟ ਨੂੰ ਕਹਿ ਰਿਹਾ ਬੇਟਾ ਲਿਖੋ, ਆਹ ਪੜ੍ਹੋ, ਆਹ ਬੁੱਕ ਖੋਲੋ, ਆਹ ਬੁੱਕ ਰਹਿਣ ਦਿਓ, ਇਹ ਵੀ ਹੁਕਮ ਹੈ ਉਹਦਾ। ਪਰ ਉਹਨੇ ਬੋਲ ਕੇ ਪ੍ਰਗਟ ਕੀਤਾ ਨਾ, ਅਸੀਂ ਕਹਿੰਦੇ ਆ ਕਹਿ ਕੇ, ਆਹ ਗੱਲ ਕਹਿ ਦਿੱਤੀ, ਇਹ ਗੱਲ ਕਹੀ ਹੈ, ਪਰ ਉਹਨੇ ਇਹ ਗੱਲ ਕਹੀ ਨਹੀਂ ਹੈ। ਹੁਕਮ ਕਿਹਾ ਨਹੀਂ ਉਹਨੇ, ਬੋਲ ਕੇ ਨਹੀਂ ਕਿਹਾ ਜਿਵੇਂ ਅਸੀਂ ਬੋਲਦੇ ਹਾਂ, ਕਿਉਂਕਿ ਉਹਦਾ ਇਹ ਬੋਲਣ ਵਾਸਤੇ ਸਰੀਰ ਚਾਹੀਦਾ, ਸਰੀਰ ਹੈ ਨਹੀਂਗਾ ਉੱਥੇ।
सच का तो कोई शरीर ही नहीं हुंदा। भाव यह है भी ਇਹ ਸੰਸਾਰੀ ਹੁਕਮ ਤੋਂ ਅਲੱਗ ਕਿਸਮ ਦਾ ਹੁਕਮ ਹੈ। ਜਿਵੇਂ ਇਹਨੂੰ ਇਲਾਹੀ ਹੁਕਮ ਕਹਿ ਸਕਦੇ ਹਾਂ ਕਿ ਜਿਵੇਂ ਸੰਸਾਰ ਵਿੱਚ ਤਾਂ ਅਸੀਂ ਬੋਲ ਕੇ ਹੁਕਮ ਪ੍ਰਗਟ ਕਰਦੇ ਹਾਂ ਨਾ ਆਪਣਾ, ਪਰ ਇਹ ਜਿਹੜਾ ਰੱਬੀ ਹੁਕਮ ਹੈ ਇਹ ਬੋਲਿਆ ਨਹੀਂ ਜਾਂਦਾ ਹੁੰਦਾ, ਇਹ ਕੇਵਲ ਪ੍ਰਗਟ ਹੀ ਹੁੰਦਾ ਬਸ ਇਹਨੂੰ ਸਮਝਿਆ ਹੀ ਜਾਂਦਾ ਹੁੰਦਾ। ਕਿਉਂਕਿ ਬੋਲਣ ਵਾਸਤੇ ਨਾ ਆਵਾਜ਼ ਪੈਦਾ ਕਰਨ ਲਈ ਦੋ ਤੱਤ, ਦੋ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਭਾਵ ਟਕਰਾਓ ਤੋਂ ਆਵਾਜ਼ ਪੈਦਾ ਹੁੰਦੀ ਹੈ, ਨਾਦ ਪੈਦਾ ਹੁੰਦਾ। ਜਦੋਂ ਦੋ ਚੀਜ਼ਾਂ ਆਪਸ ਵਿੱਚ ਟਕਰਾਉਂਦੀਆਂ ਨੇ ਉਦੋਂ ਨਾਦ ਪੈਦਾ ਹੁੰਦਾ ਹੈ। ਆਵਾਜ਼, ਸ਼ਬਦ, ਬੋਲ, ਵੌਇਸ ਪੈਦਾ ਹੁੰਦੀ ਹੈ, ਸਾਊਂਡ ਪੈਦਾ ਹੁੰਦਾ ਹੈ। ਪਰ ਉੱਥੇ ਤੇ ਉਹ ਇਕੱਲਾ ਹੀ ਹੈ, ਉਹਦਾ ਸਾਡੇ ਵਰਗਾ ਸਰੀਰ ਨਹੀਂ, ਸਾਡੇ ਵਰਗੀ ਜੀਭ ਵੀ ਹੈ ਨਹੀਂ ਉਹਦੀ। ਫਿਰ ਇਸਲਾਮ ਵਾਲੇ ਕਹਿੰਦੇ ਨੇ ਵੀ ਪਰਮੇਸ਼ਰ ਨੇ ਕੁਨ ਕਿਹਾ, ਜੇ ਕੁਨ ਕਿਹਾ ਤਾਂ ਫਿਰ ਉਹ ਬੋਲਿਆ, ਫਿਰ ਉਹਨੇ ਉਹਦੀ ਕੋਈ ਜ਼ਬਾਨ ਵੀ ਮੰਨਣੀ ਪਏਗੀ, ਉਹਦਾ ਕੋਈ ਸਰੀਰ ਮੰਨਣਾ ਪਏਗਾ, ਉਹਦਾ ਕੋਈ ਆਕਾਰ ਮੰਨਣਾ ਪਏਗਾ। ਜੇ ਆਕਾਰ ਮੰਨਾਂਗੇ ਫਿਰ ਉਹ ਆਕਾਰ ਬਿਨਸੇਗਾ ਵੀ, ਕਿਉਂਕਿ ਜਿਹੜੀ ਚੀਜ਼ ਦਾ ਆਕਾਰ ਹੈ, ਜਿਹੜੀ ਚੀਜ਼ ਹੋਂਦ ਚ ਆ ਗਈ ਉਹ ਇੱਕ ਦਿਨ ਅਣਹੋਂਦ ਵੀ ਹੋ ਜਾਏਗੀ, ਫਿਰ ਸਮੱਸਿਆ ਪੈਦਾ ਹੋ ਜਾਏਗੀ। ਉਹ ਕਹਿੰਦੇ ਨੇ ਸਾਡੇ ਵਾਂਗ ਨਹੀਂ ਕਿਹਾ, ਜਿਵੇਂ ਅਸੀਂ ਬੋਲ ਕੇ ਹੁਕਮ ਕਹਿ ਰਹੇ ਹਾਂ, ਆਪਣੀ ਗੱਲ ਨੂੰ ਪ੍ਰਗਟ ਕਰਦੇ ਹਾਂ, ਇਸ ਤਰ੍ਹਾਂ ਉਹਨੇ ਹੁਕਮ ਨਹੀਂ ਕਿਹਾ ਸਾਡੇ ਵਾਂਗ। ਹੁਕਮ ਨਾ ਕਹਿਆ ਜਾਈ, ਏਦਾਂ ਨਹੀਂ ਕਿਹਾ ਜਾਂਦਾ ਹੁੰਦਾ ਜਿਵੇਂ ਅਸੀਂ ਕਹਿ ਰਹੇ ਹਾਂ। ਹੁਣ ਇਹ ਜਿਹੜਾ ਹੈ ਇਹ ਅਸਲ 'ਚ ਜਿਹੜਾ ਸੱਚ ਤੋਂ ਪਵਨ ਪ੍ਰਗਟ ਹੋ ਗਿਆ, ਉਹਦੇ ਹੁਕਮ ਨਾਲ ਪ੍ਰਗਟ ਹੋ ਗਿਆ। ਭਾਵ ਕਿ ਉਹਦੀ ਇੱਛਾ ਸ਼ਕਤੀ ਨਾਲ ਉਹਨੇ ਇੱਛਾ ਸ਼ਕਤੀ ਪ੍ਰਗਟ ਕੀਤੀ, ਜੋ ਚਾਹੀਦਾ ਸੀ ਉਹ ਸੰਸਾਰ 'ਚ ਆ ਗਿਆ। ਉਹਨੂੰ ਅਸੀਂ ਕਹਿੰਦੇ ਹਾਂ ਉਹਦੇ ਹੁਕਮ 'ਚ ਚੱਲ ਰਿਹਾ। ਹੁਣ ਅਸੀਂ ਸਾਰਾ ਸੰਸਾਰ, ਸਾਰੇ ਜੀਵ ਜਿੰਨੇ ਵੀ ਅਸੀਂ ਹਾਂ, ਅਸੀਂ ਉਹਦੇ ਹੁਕਮ ਵਿੱਚ ਹੀ ਚੱਲ ਰਹੇ ਹਾਂ, ਉਹਦਾ ਹੁਕਮ ਹੀ ਮੰਨ ਰਹੇ ਹਾਂ। ਅਸੀਂ ਆਪਣੀ ਮਨਮਤ ਵਰਤ ਲੈਂਦੇ ਹਾਂ, ਬੰਦਾ ਆਪਣੇ ਹੁਕਮ ਦਾ ਆਪਣੇ ਭਾਣੇ 'ਚ ਚੱਲਦਾ, ਇਹ 'ਚ ਕੋਈ ਸ਼ੱਕ ਨਹੀਂ। ਬਟ ਇਹ ਆਪਦਾ ਆਪਣਾ ਭਾਣਾ ਉਹਦੇ ਹੁਕਮ ਤੋਂ ਬਾਹਰ ਨਹੀਂ ਜਾਂਦਾ। ਇਸ ਕਰਕੇ ਉਹਨੂੰ ਕਹਿੰਦੇ ਸੀ ਸਾਰੇ ਆਪਣਾ ਹੁਕਮ ਮਨਾਉਂਦੇ ਵੀ ਉਹਦੇ ਹੁਕਮ ਦੇ ਵਿੱਚ। ਜਿਵੇਂ ਜਿਹੜਾ ਕੈਦੀ ਜੇਲ੍ਹ ਦੇ ਵਿੱਚ ਹੁੰਦਾ ਨਾ, ਉਹ ਜੇਲ੍ਹ 'ਚ ਮਨਮਰਜ਼ੀਆਂ ਤੇ ਕਰਦਾ ਹੈ, ਪਰ ਉਹ ਮਨਮਰਜ਼ੀਆਂ ਕਰਕੇ ਵੀ ਕੈਦ ਤੋਂ ਬਾਹਰ ਨਹੀਂ ਹੁੰਦਾ, ਉਹਨੂੰ ਰਹਿਣਾ ਫੇਰ ਵੀ ਉਸ ਲਾਅ ਦੇ ਅੰਡਰ ਹੀ ਰਹਿਣਾ ਪੈਂਦਾ ਹੈ। ਜਿਹੜਾ ਲਾਅ ਆਫ ਆਰਡਰ ਜਿਹੜਾ ਸੁਪਰੀਮ ਹੋ ਗਿਆ ਨਾ, ਉਹਦੇ ਵਿੱਚ ਹੀ ਰਹਿ ਕੇ ਹੁੰਦਾ ਹੈ। ਤੇ ਜਦੋਂ ਆਪਣਾ ਹੁਕਮ ਆਪਣੀ ਮਨਮਰਜ਼ੀ ਛੱਡਦਾ ਹੈ, ਫਿਰ ਉਹਨੂੰ ਜੇਲ੍ਹ ਤੋਂ ਰਿਹਾ ਕੀਤਾ ਜਾਂਦਾ ਹੈ। ਬਸ ਇਸ ਤਰ੍ਹਾਂ ਦੀ ਕਹਾਣੀ ਸਾਡੇ ਨਾਲ ਜੁੜੀ ਹੈ। ਹੁਣ ਇਹਨੂੰ ਇਹ ਵੀ ਸਮਝ ਸਕਦੇ ਵੀ ਉਹ ਸਾਡੇ ਵਾਂਗ ਬੋਲਿਆ ਨਹੀਂ ਜਾਂਦਾ, ਸਾਡੇ ਵਾਂਗ ਕਿਹਾ ਨਹੀਂ ਜਾ ਸਕਦਾ, ਕਿਉਂਕਿ ਹੁਕਮ ਨੂੰ ਕਹਿੰਦੇ ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਪੜ੍ਹ ਲਈ ਵੀ ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ। ਇਹ ਹੁਕਮ ਬੋਲਿਆ ਵੀ ਬਿਨਾਂ ਜ਼ੁਬਾਨ ਤੋਂ ਜਾਂਦਾ ਹੈ ਤੇ ਸੁਣਿਆ ਵੀ ਬਿਨਾਂ ਕੰਨਾਂ ਤੋਂ ਜਾਂਦਾ ਹੈ। ਸਾਡੇ ਆ ਕੰਨਾਂ ਨਾਲ ਹੁਕਮ ਸੁਣਿਆ ਵੀ ਨਹੀਂ ਜਾਂਦਾ। ਆਪਣੇ ਕੰਨਾਂ ਨਾਲ ਹੁਣ ਅਸੀਂ ਜੋ ਬੋਲ ਰਹੇ ਹਾਂ, ਸੁਣ ਰਹੇ ਹਾਂ, ਇਹ ਸਾਡੇ ਸਰੀਰ ਦੇ ਨਾਲ ਜੁੜੀ ਹੋਈ ਹੈ। ਸਾਡਾ ਬੋਲਣਾ ਵੀ ਸਰੀਰ ਰਾਹੀਂ ਹੈ, ਸੁਣਨਾ ਵੀ ਸਰੀਰ ਰਾਹੀਂ ਹੈ, ਪਰ ਉੱਥੇ ਸਰੀਰ ਹੈ ਹੀ ਨਹੀਂ ਜਿਹਦਾ ਹੁਕਮ ਹੈ। ਹੁਣ ਇਹਨੂੰ ਅਸੀਂ ਕਿਵੇਂ ਸਮਝਾਂਗੇ ਵੀ ਬਿਨਾਂ ਜ਼ੁਬਾਨ ਤੋਂ ਬੋਲਿਆ ਗਿਆ ਹੁਕਮ ਹੈ ਇਹ ਮਤਲਬ ਸਾਡੇ ਮਨੁੱਖੀ ਸਰੀਰ ਵਾਂਗ ਬੋਲਿਆ ਹੋਇਆ ਨਹੀਂ ਹੈ। ਇਹ ਸਾਡੇ ਵਾਂਗੂ ਜੀਭ ਵਿੱਚੋਂ ਬੋਲੇ ਹੋਏ ਸ਼ਬਦ ਨਹੀਂ ਹਨ, ਇਹ ਆਵਾਜ਼ ਨਹੀਂ ਹੈ। ਸਮਝ ਸਕਦੇ ਨੂੰ, ਇਹ ਅਲਫਾਜ਼ ਨਹੀਂ ਹਨ, ਇਹ ਬਸ ਵਰਤਾਰਾ ਵਰਤ ਰਿਹਾ। ਇਹਨੂੰ ਕਲਾ ਕਹਿੰਦੇ ਨੇ। ਕਲਾ, ਕਲਾ ਉਪਾਏ ਧਰੀ ਜਨ ਧਰਣਾ, ਇਹਨੂੰ ਕਲਾ ਵੀ ਕਹਿ ਸਕਦੇ ਹਾਂ। ਉਹਦਾ ਕੌਤਕ ਵੀ ਹੈ, ਇਹ ਚਲਿਤ ਵੀ ਹੈਗਾ। ਜਾਂ ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗੈਰ ਗੰਭੀਰੋ ਉੱਚੋ ਅਗੰਭ, ਇਹ ਅਚਰਜ ਚਲਤ ਹੁੰਦੇ ਨੇ। ਹੁਣ ਇਹਨੂੰ ਕਿਹਾ ਕਹਿੰਦੇ ਅੱਖੀਂ ਬਾਝੋਂ ਵੇਖਣਾ, ਵਿਣ ਕੰਨੀ ਸੁਣਨਾ। ਇਹ ਅੱਖਾਂ ਤੋਂ ਬਿਨਾਂ ਦਿਸਦਾ ਹੈ ਤੇ ਕੰਨਾਂ ਤੋਂ ਬਿਨਾਂ ਸੁਣਨਾ ਪੈਂਦਾ ਹੈ। ਪੈਰਾਂ ਬਾਝੋਂ ਚੱਲਣਾ, ਵਿਣ ਹੱਥੀਂ ਕਰਨਾ, ਜੀਭੇ ਬਾਝੋਂ ਬੋਲਣਾ, ਤਉ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੇ ਤਉ ਖਸਮੈ ਮਿਲਣਾ। ਇਹ ਅਸਾਂ ਨੇ ਪਛਾਣਨਾ ਹੈ, ਇਹਦੀ ਪਛਾਣ ਕਰਨੀ ਹੈ। ਹੁਣ ਇਹ ਜਿਹੜੀ ਪਹਿਚਾਣ ਹੈ, ਇਹਦੇ ਵਿੱਚ ਸਾਡੀਆਂ ਅੱਖਾਂ ਵੀ ਸਾਥ ਦੇਣਗੀਆਂ ਤੇ ਸਾਡੀ ਬੁੱਧੀ ਵੀ ਸਾਥ ਦੇਗੀ। ਅੱਖਾਂ ਰਾਹੀਂ ਸੰਸਾਰ ਦੇਖਾਂਗੇ, ਬੁੱਧੀ ਰਾਹੀਂ ਸਾਨੂੰ ਸਮਝ ਪੈਂਦੀ ਹੈ, ਮਨ ਸਾਡਾ ਉਸ ਗੱਲ ਨੂੰ ਸਮਝਦਾ, ਪਕੜ ਕਰਦਾ। ਤੇ ਜਿਉਂ-ਜਿਉਂ ਇਹਨੂੰ ਸਮਝ ਆਈ ਜਾਏਗੀ, ਵਰਤਾਰੇ ਦੀ, ਕਲਾ ਦੀ, ਕੌਤਕਾਂ ਦੀ, ਰੰਗਾਂ ਦੀ, ਚੋਜ ਦੀ, ਤਮਾਸ਼ੇ ਦੀ, ਉਹਦੇ ਬਚਿੱਤਰ ਨਾਟਕ ਦੀ, ਇਹ ਵੀ ਬਚਿੱਤਰ ਨਾਟਕ ਹੀ ਅਸਲ 'ਚ ਮੈਨੂੰ ਲੱਗਦਾ। ਉਹਦੇ ਅਚਰਜ ਚਲਤ ਨੇ ਜਿਹੜੇ ਚਿੱਤਰ ਬਚਿੱਤਰ, ਇਹ ਹੈ ਅਵਚੇਰਾ ਤਜ ਚਿਤਰੈ ਚਿਤ ਰਾਖ ਚਿਤੇਰਾ। ਕਹਿੰਦੇ ਇਹਨੂੰ ਪਛਾਣੋ, ਹੁਕਮ ਨੂੰ ਪਹਿਚਾਣੋ, ਹੁਕਮ ਪਛਾਣ ਕੇ ਤੋ ਖਸਮੈ ਮਿਲਣਾ। ਤਾਂ ਖਸਮ ਨੂੰ ਮਿਲ ਸਕਦੇ ਹਾਂ ਜੇ ਹੁਕਮ ਦੀ ਪਹਿਚਾਣ ਕਰਾਂਗੇ। ਪਰ ਹੁਕਮ ਕਠਨ ਹੈ, ਵਰਤ ਸਾਰੇ ਪਾਸੇ ਰਿਹਾ, ਬਿਆਨ ਹੋਣਾ ਕੋਈ ਨਹੀਂ।
ਹਰ ਥਾਂ ਤੇ ਹੈ, ਹਰ ਸਮੇਂ ਹੈ, ਹਰ ਇੱਕ ਦੇ ਨਾਲ ਹੈ, ਹਰ ਇੱਕ ਦੇ ਆਲੇ ਦੁਆਲੇ ਹੈ, ਹਮੇਸ਼ਾ ਹੀ ਵਰਤਦਾ ਹੈ। ਇਹਨੂੰ ਪਹਿਚਾਣੋ। ਬੁੱਧੀ ਨਾਲ ਪਹਿਚਾਣਿਆ ਜਾਣਾ ਹੈ। ਅੱਖਾਂ ਤੋਂ ਬਿਨਾਂ ਵੀ ਪਹਿਚਾਣਿਆ ਜਾਏਗਾ, ਪਰ ਬੁੱਧੀ ਤੋਂ ਬਿਨਾਂ ਨਹੀਂ ਪਹਿਚਾਣਿਆ ਜਾਏਗਾ। ਕੱਲੀ ਅੱਖ ਵਾਲਾ ਨਹੀਂ ਪਹਿਚਾਣੇਗਾ, ਬੁੱਧੀ ਵਾਲਾ ਪਹਿਚਾਣ ਲਏਗਾ। ਭਗਤ ਸੂਰਦਾਸ ਜੀ ਦੀ ਬਾਣੀ ਹੈ, ਉਹਨਾਂ ਨੇ ਆਪਣੀ ਅਕਲ ਨਾਲ ਪਹਿਚਾਣ ਲਿਆ। ਅੱਖਾਂ ਤੇ ਉਹਨਾਂ ਕੋਲ ਨਹੀਂ ਸਨ, ਪਰ ਗਿਆਨ ਦੀ ਅੱਖ ਸੀ, ਬੁੱਧੀ, ਤੀਜਾ ਨੇਤਰ, ਉਹਦੇ ਨਾਲ ਉਹਨਾਂ ਨੇ ਪਹਿਚਾਣ ਲਿਆ। ਉਹਨਾਂ ਦੀ ਬਾਣੀ ਆ ਗਈ ਸਾਡੇ ਕੋਲ, ਭਾਵੇਂ ਇੱਕੋ ਹੀ ਸ਼ਬਦ ਆਇਆ। ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ, ਜਿਸਨੋਂ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਅਸੀਂ ਹੁਕਮ ਮੰਨਣਾ ਬਸ। ਅਸਲ 'ਚ ਆਪਾਂ ਕੱਲ ਵੀ ਬੇਨਤੀ ਕੀਤੀ ਸੀ ਵੀ ਚੱਲ ਅਸੀਂ ਹੁਕਮ 'ਚ ਰਹੇ, ਅਸੀਂ ਮੰਨ ਨਹੀਂ ਰਹੇ ਬਸ। ਮਨੌਤ ਹੈ ਨਾ ਜਿਹੜੀ ਸਾਡੀ, ਉਹ ਹੋਰ ਪਾਸੇ ਤੁਰੀ, ਉਹ ਮਨੌਤ ਨੂੰ ਮੋੜ ਕੇ ਇੱਧਰ ਲੈ ਕੇ ਆਂਦਾ ਹੈ। ਇਹ ਸਾਨੂੰ ਦਰਸ਼ਨ ਕਰਵਾਏ ਨੇ, ਸੋਝੀ ਕਰਵਾਈ ਹੈ। ਇੱਕ ਗੱਲ ਹੋਰ ਧਿਆਨ ਵਿੱਚ ਰੱਖਿਓ, ਗੁਰਮਤ ਵਿੱਚ ਸੋਝੀ ਹੀ ਦਰਸ਼ਨ ਹੈ, ਗਿਆਨ ਹੀ ਦਰਸ਼ਨ ਹੈ। ਇੱਥੇ ਅੱਖਾਂ ਵਾਲੇ ਦਰਸ਼ਨ ਦੀ ਗੱਲ ਨਹੀਂ ਚੱਲਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਅੱਖਾਂ ਨਾਲ ਅਸੀਂ ਰੋਜ਼ ਕਰਦੇ ਹਾਂ। ਪਾਠੀ ਸਿੰਘ ਸਾਰੀ ਉਮਰ ਪਾਠ ਕਰਕੇ ਦਰਸ਼ਨ ਹੀ ਕਰਦੇ ਨੇ ਬਾਣੀ ਦੇ, ਗੁਰੂ ਗ੍ਰੰਥ ਸਾਹਿਬ ਦੇ, ਪਰ ਨਾ ਦੁੱਖ ਮਿਟਿਆ, ਨਾ ਰੋਗ ਮਿਟਿਆ, ਨਾ ਗਰੀਬੀ ਮਿਟੀ, ਨਾ ਕੁਛ ਹੋਰ ਹੋਇਆ। ਇੱਕ ਨੇ ਆਪਣੇ ਨੇਤਰਾਂ ਨਾਲ ਦਰਸ਼ਨ ਕਰ ਲਏ, ਬੁੱਧੀ ਨਾਲ, ਗਿਆਨ ਦੇ, ਸੱਚ ਦੇ ਦਰਸ਼ਨ ਹੋ ਗਏ, ਸਮਝ ਪੈ ਗਈ, ਸੋਝੀ ਆ ਗਈ, ਉਹਦਾ ਜਨਮ ਮਰਨ ਵੀ ਕੱਟਿਆ ਗਿਆ। ਕਿਉਂਕਿ ਖੇਡ ਸਾਰੀ ਅੰਦਰ ਚੱਲਦੀ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਣ ਕਹਿੰਦੇ ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਜਿਹੜੇ ਜੀ ਪੈਦਾ ਹੋਏ ਨੇ, ਇਹ ਵੀ ਉਹਦੇ ਹੁਕਮ ਨਾਲ ਹੀ। ਹੁਕਮੀ ਹੋਵਨ ਜੀ, ਹੁਕਮੀ ਤੋਂ, ਹੁਕਮੀ ਦੁਆਰਾ, ਇੱਕ ਦੁਆਰਾ ਇਹ ਜੀਵ ਪੈਦਾ ਕੀਤੇ ਗਏ ਨੇ। ਇਹਦਾ ਅਰਥ ਹੈ ਵੀ ਜਿੰਨੇ ਜੀ ਨੇ ਪੈਦਾ ਹੁਕਮ 'ਚ ਹੋਏ, ਤੇ ਹੁਕਮ 'ਚ ਰਹਿ ਕੇ ਹੀ ਹੁਕਮ ਹੀ ਮਿਲੇ ਵਡਿਆਈ। ਹੁਕਮ ਦੇ ਦੁਆਰਾ, ਹੁਕਮ ਦੇ ਵਿੱਚ ਚੱਲਿਆ, ਹੁਕਮ ਨੂੰ ਮੰਨਿਆ, ਮਿਲੇ ਵਡਿਆਈ। ਲੈਣਾ ਜੀ ਹੁਕਮ 'ਚ ਚੱਲੇ, ਵਡਿਆਈ ਮਿਲ ਗਈ, ਨਾਨਕ ਜੀ ਦਾ ਦੂਜਾ ਰੂਪ ਹੋ ਗਏ। ਉਹਨਾਂ ਦਾ ਸਾਰਾ ਜੀਵਨ ਹੁਕਮ ਮੰਨਣ ਤੇ ਖੜਾ ਹੈ। ਇਸੇ ਤਰ੍ਹਾਂ ਜਦੋਂ ਇਹ ਜੀਵ ਆਪਣੇ ਖਸਮ ਦਾ, ਮਾਲਕ ਦਾ ਹੁਕਮ ਮੰਨਦਾ ਹੈ, ਇਹਨੂੰ ਵੀ ਵਡਿਆਈ ਮਿਲਦੀ ਹੈ। ਹੁਣ ਸਾਡੇ ਵਾਸਤੇ ਹੁਕਮ ਕੀ ਹੈ, ਥੋੜਾ ਜਿਹਾ ਹੋਰ ਪਾ ਸਮਝੀ। ਜੇ ਅਸੀਂ ਹੁਕਮ ਦਾ ਸਾਖਸ਼ਾਤ ਰੂਪ ਦੇਖਣਾ ਹੋਵੇ ਵੀ ਚਲੋ ਇੱਕ ਤੇ ਕਾਇਨਾਤ ਕੁਦਰਤ ਵਿੱਚ ਵਰਤ ਰਿਹਾ ਹਨਾ, ਪਰ ਉਹ ਤੋਂ ਇਲਾਵਾ ਅਸੀਂ ਹੋਰ ਹੁਕਮ ਦਾ ਵਿਸਥਾਰ ਸਮਝਣਾ ਹੋਵੇ, ਹੁਕਮ ਨੂੰ ਨੇੜਿਓਂ ਦੇਖਣਾ ਹੋਵੇ, ਹੁਕਮ ਦਾ ਸਾਖਸ਼ਾਤ ਜਾਂ ਪ੍ਰਗਟ ਰੂਪ ਦੇਖਣਾ ਹੋਵੇ, ਜਿੱਥੋਂ ਸਾਨੂੰ ਸੌਖੀ ਸਮਝ ਆ ਸਕੇ, ਉਹ ਕੀ ਹੈ ਜੀ? ਕੀ ਹੋ ਸਕਦਾ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ। ਇਹ ਸਾਰੀ ਗੁਰਬਾਣੀ ਸਾਡੇ ਲਈ ਹੁਕਮ ਦੀ ਹੀ ਵਿਆਖਿਆ ਹੈ, ਹੁਕਮ ਨੂੰ ਨੇੜੇ ਤੋਂ ਸਮਝਾ ਰਹੀ ਹੈ, ਹੁਕਮ ਦੇ ਦਰਸ਼ਨ ਕਰਵਾ ਰਹੀ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚੋਂ ਵੀ ਗੁਰਬਾਣੀ ਨੂੰ ਹੀ ਸਮਝ ਲਈਏ, ਗੁਰਬਾਣੀ ਨੂੰ ਹੀ ਮੰਨ ਲਈਏ, ਤਾਂ ਅਸੀਂ ਹੁਕਮ ਮੰਨਿਆ ਹੀ ਹੈ। ਸਾਡੇ ਵਾਸਤੇ ਹੁਕਮ ਮੰਨਣਾ ਹੀ ਹੋਏਗਾ। ਇਹ ਸਾਨੂੰ ਵਡਿਆਈ ਤੱਕ ਲੈ ਜਾਏਗੀ। ਹੁਣ ਜਿੰਨੇ ਜੀ, ਕਿਉਂਕਿ ਆਪਣੀ ਮਰਜ਼ੀ ਨਾਲ ਕੋਈ ਪੈਦਾ ਵੀ ਨਹੀਂ ਹੋ ਸਕਦਾ, ਹੁਕਮ 'ਚ ਪੈਦਾ ਹੁੰਦਾ ਹੈ। ਇਹਨੂੰ ਹੁਕਮ ਦੇ ਵਿੱਚ ਝੋਲਾ ਦਿੱਤਾ ਜਾਂਦਾ ਹੈ, ਹੁਕਮ ਦੇ ਵਿੱਚ ਇਹਨੂੰ ਸਰੀਰ ਦੇ ਕੇ ਸੰਸਾਰ 'ਚ ਭੇਜਿਆ ਗਿਆ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਕਹਿੰਦੇ ਪਰਮੇਸ਼ਰ ਚਾਹੇ ਹੁਕਮ ਦੇ ਵਿੱਚ ਆਪਣੇ ਵਿੱਚ ਕਿਸੇ ਨੂੰ ਉੱਚਾ, ਕਿਸੇ ਨੂੰ ਨੀਚਾ, ਕਿਸੇ ਨੂੰ ਸੱਚ ਦੀ ਸੋਝੀ ਕਰਾ ਕੇ ਉੱਚਾ ਚੁੱਕ ਦਿੰਦਾ ਹੈ, ਕਿਸੇ ਨੂੰ ਮਾਇਆ ਦੀ ਸੋਝੀ ਦੇ ਕੇ ਸੰਸਾਰ 'ਚ, ਮਾਇਆ 'ਚ ਗਲਤਾਨ ਕਰਕੇ ਨੀਵਾਂ ਵੀ ਬਣਾ ਦਿੰਦਾ ਹੈ। ਜਿਵੇਂ ਕੋਈ ਸੰਸਾਰ ਵਿੱਚ ਮੂਰਖ ਵੀ ਹੈ, ਕੋਈ ਸਿਆਣਾ ਵੀ ਹੈ, ਪਰ ਉਹਦੇ ਪਿੱਛੇ ਵਰਤ ਕੀ ਰਿਹਾ? ਤੇਰਾ ਹੁਕਮ, ਤੇਰਾ ਭਾਣਾ। ਜਦੋਂ ਦਰਸ਼ਨ ਹੋਏ ਸੱਚ ਦੇ, ਉੱਥੇ ਜਾ ਕੇ ਕਿਹਾ, ਕਹਿੰਦੇ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਨਾ ਕੋ ਮੂਰਖ ਨਾ ਕੋ ਸਿਆਣਾ ਦਾ ਅਰਥ ਇਹ ਹੈ ਵੀ ਇਹਨਾਂ ਨੂੰ ਮੂਰਖ ਤੇ ਸਿਆਣਾ ਬਣਾਉਣ ਦੇ ਪਿੱਛੇ ਵੀ ਹੁਕਮੇ ਵਰਤਿਆ। ਹੈਗੇ ਮੂਰਖ ਤੇ ਸਿਆਣੇ ਨੇ, ਮੂਰਖ ਨੂੰ ਮੂਰਖ ਹੀ ਕਹਿਣਾ ਪੈਣਾ। ਬਾਣੀ 'ਚ ਮੂਰਖ ਦੀ ਗੱਲ ਵੀ ਕੀਤੀ ਹੈ, ਸਿਆਣੇ ਦੀ ਵੀ ਕੀਤੀ ਹੈ, ਤੇ ਇਹ ਵੀ ਕਹਤਾ ਵੀ ਹੈ ਨਹੀਂ। ਕਿਉਂ ਨਹੀਂ ਹੈ? ਕਹਿੰਦੇ ਪਿੱਛੇ ਭਾਣਾ ਤੇਰਾ ਵਰਤਿਆ। ਇਹ ਭਾਣੇ ਵਿੱਚ ਆ ਕੇ ਮੂਰਖ ਤੇ ਸਿਆਣੇ ਬਣੇ ਨੇ। ਇੱਕ ਨੇ ਮੂਰਖਤਾ ਵਾਲਾ ਭਾਣਾ ਕਮਾ ਲਿਆ, ਉਹ ਮੂਰਖ ਬਣ ਗਿਆ। ਇੱਕ ਨੇ ਸਿਆਣਪ ਵਾਲਾ ਕਮਾ ਲਿਆ, ਉਹਨੂੰ ਸਿਆਣਾ ਬਣ ਗਿਆ। ਭਾਣਾ ਇਹ ਹੁੰਦਾ ਹੈ, ਇਹਨੂੰ ਹੁਕਮ ਕਹਿੰਦੇ ਨੇ। ਹੁਕਮ ਹੀ ਉੱਤਮ ਨੀਚ। ਇੱਕ ਅਗਿਆਨ ਤੋਂ ਗਿਆਨ ਵੱਲ ਨੂੰ ਚੱਲ ਪਿਆ, ਝੂਠ ਤੋਂ ਸੱਚ ਵੱਲ ਚੱਲ ਪਿਆ, ਸੰਸਾਰ ਤੋਂ ਨਿਰੰਕਾਰ ਵੱਲ ਚੱਲ ਪਿਆ, ਉੱਤਮ ਹੋ ਗਿਆ। ਇੱਕ ਨੀਚ ਹੋ ਗਿਆ, ਕਿਉਂ? ਉਹ ਨਿਰੰਕਾਰ ਤੋਂ ਸੰਸਾਰ ਵੱਲ।
ਉਹ ਸੱਚ ਤੋਂ ਝੂਠ ਵੱਲ ਨੂੰ ਵੀ ਤੁਰ ਪਿਆ। ਕੁਝ ਲੋਕ ਚਲਦੇ ਚਲਦੇ ਫੇਰ ਮਾਇਆ 'ਚ ਗਲਤਾਨ ਹੋ ਜਾਂਦੇ ਨੇ, ਕਿਉਂਕਿ ਮਾਇਆ ਨੀਵੀਂ ਹੈ ਨਾ, ਸੱਚ ਨਾਲੋਂ ਨੀਵੀਂ ਹੈ, ਥੱਲੇ ਹੈ। ਮਾਇਆ ਨਾਲ ਜੁੜਨ ਵਾਲੇ ਨੂੰ ਨੀਚ ਕਿਹਾ ਗਿਆ। ਇਹ ਜਾਤ ਪਾਤ ਵਾਲਾ ਨੀਚ ਨਹੀਂ ਹੈ, ਇਹ ਕਰਮ ਵਾਲਾ ਨੀਚ ਹੈ, ਸੋਚ ਵਾਲਾ ਨੀਚ ਹੈ। ਇੱਕ ਨਾ ਹੁਕਮੀ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਕਹਿੰਦੇ ਹੁਕਮ ਦੁਆਰਾ ਲਿਖੇ ਹੋਏ ਦੁੱਖ ਤੇ ਸੁੱਖ ਪਾਉਂਦਾ ਹੈ। ਇਹਦੇ ਅਰਥ ਇੱਕ ਇਸ ਤਰ੍ਹਾਂ ਵੀ ਆਏ ਨੇ ਕਿ ਜਿਹੜਾ ਜੀਵ ਹੈ ਜਦੋਂ ਆਪਣੇ ਮਨ ਭਾਉਂਦਾ ਹੁਕਮ ਕਰਦਾ ਹੈ, ਆਪਣੇ ਹੁਕਮ ਦੇ ਵਿੱਚ ਅੱਗੇ ਚੱਲਣ ਲੱਗ ਪੈਂਦਾ ਹੈ। ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੂਟਾਂ ਖਾਵੇ। ਹੁਕਮ ਕੀ ਹੈ? ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ। ਇਹਦੇ ਵਾਸਤੇ ਦੁੱਖ ਬਣ ਜਾਂਦਾ ਹੈ। ਪਰ ਕਿਉਂ? ਪਿੱਛੇ ਪਰਮੇਸ਼ਰ ਨੇ ਜਿਹੜਾ ਨਿਯਮ ਬਣਾਇਆ ਹੋਇਆ, ਇੱਕ ਕਾਨੂੰਨ ਬਣਾਇਆ ਹੋਇਆ ਵੀ ਜੇ ਜਿਵੇਂ ਸਰਕਾਰ ਨੇ ਇੱਕ ਕਾਨੂੰਨ ਬਣਾਇਆ, ਕਾਨੂੰਨ ਸਾਡੇ ਦੁੱਖ ਸੁੱਖ ਦੀ ਪਰਿਭਾਸ਼ਾ ਤੈਅ ਕਰਦਾ, ਇਹ 'ਚ ਬਿਲਕੁਲ ਕੋਈ ਸ਼ੱਕ ਨਹੀਂ। ਪਰ ਉਹ ਦੁੱਖ ਸੁੱਖ ਕਹਿੰਦੇ ਜੀਵ ਨੇ ਆਪ ਚੁਣੇ ਆਪਣੀ ਮਰਜ਼ੀ ਨਾਲ। ਇਹਨੇ ਜਾ ਕੇ ਕਿਸੇ ਦਾ ਕਤਲ ਕਰਤਾ, ਕਾਨੂੰਨ ਨੇ ਉਹਦੇ ਮੁਤਾਬਿਕ ਉਹਨੂੰ ਫਾਂਸੀ ਦਿੱਤੀ, ਉਹ ਦੁੱਖ ਬਣ ਗਿਆ ਇਹਦੇ ਲਈ। ਹੁਕਮ 'ਚ ਇਹਨੇ ਆਪਣਾ ਹੁਕਮ ਲਿਖਿਆ, ਆਪਣਾ ਹੁਕਮ, ਮਨ ਭਾਉਂਦਾ ਹੁਕਮ। ਹੁਕਮ ਕੀ ਹੈ? ਮਨ ਭਾਵਦੇ। ਉਹਨੇ ਆਪਣੇ ਭਾਣੇ 'ਚ, ਕਾਨੂੰਨ ਨੇ ਵੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਆਪਣਾ, ਕਾਨੂੰਨ ਨੇ ਫਿਰ ਆਪਣੀ ਪਾਵਰ ਵਰਤੀ, ਹੁਕਮ ਦੀ ਪਾਵਰ ਵਰਤੀ, ਉਹਨੇ ਆਰਡਰ ਕਰਤਾ ਵੀ ਇਹਨੂੰ ਫਾਂਸੀ ਦੇ ਦੇ, ਦੁੱਖ ਬਣ ਗਿਆ। ਤੇ ਫਿਰ ਕਾਨੂੰਨ ਨੇ ਦੇਖਿਆ ਵੀ ਚਲੋ ਬੰਦਾ, ਇਹਨੂੰ ਅਹਿਸਾਸ ਹੋ ਗਿਆ, ਗਲਤੀ ਮੰਨਦਾ ਹੈ, ਅੱਗੇ ਵਾਸਤੇ ਇਹਨੇ 'ਚ ਬਹੁਤ ਸੁਧਾਰ ਕਰ ਲਿਆ, ਇਹਨੇ ਜੇਲ੍ਹ 'ਚ ਸਮਾਂ ਵਧੀਆ ਕੱਟਿਆ। ਹੁਣ ਹੁਕਮ ਨੇ ਆਰਡਰ, ਕਾਨੂੰਨ ਨੇ ਆਰਡਰ ਕੀਤਾ, ਹੁਕਮ ਦਿੱਤਾ ਵੀ ਇਹਨੂੰ ਰਿਹਾ ਕਰ ਦਿਓ, ਉਹਦੇ ਵਾਸਤੇ ਉਹ ਸੁੱਖ ਬਣ ਗਿਆ। ਹੁਕਮ ਦੇ ਵਿੱਚ ਰਹਿੰਦੇ ਆ, ਹੁਕਮ ਦੇ ਵਿੱਚ ਚੱਲਦੇ ਆ, ਆਪਣਾ ਹੁਕਮ ਕਮਾਉਂਦੇ ਆ, ਪਰ ਆਪਣੇ ਹੁਕਮ ਕਮਾਉਂਦਿਆਂ ਵੀ ਅਸੀਂ ਉਹਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਇਹ ਮੈਂ ਫੇਰ ਬੇਨਤੀ ਕਰਦਾ ਵੀ ਇਹ ਕਥਨ ਕਰਨਾ ਬਹੁਤ ਔਖਾ ਹੈ। ਕੁਝ ਗੱਲਾਂ ਸਮਝੀਆਂ ਜਾ ਸਕਦੀਆਂ ਨੇ, ਹੋ ਸਕਦਾ ਸ਼ਬਦਾਂ ਦੁਆਰਾ ਨਾ ਸਮਝ ਆਵਣ। ਇਹਨੂੰ ਇਹ ਨਾ ਕਿਉਂ ਵੀ ਮੈਂ ਅੱਜ ਹੀ ਇਸ ਗੱਲ ਨੂੰ ਜੇ ਨਾ ਸਮਝ ਆਈ ਤੇ ਅੱਜ ਹੀ ਸਮਝਾਇਆ ਜਾਵੇ, ਨਹੀਂ ਸਮਝਾਇਆ ਜਾ ਸਕਦਾ। ਤੁਹਾਨੂੰ ਅੰਦਰੋਂ ਹੀ ਸਮਝ ਆਊਗੀ ਜਿਸ ਦਿਨ ਪੂਰੀ ਆਊਗੀ। ਕੁਝ ਗੱਲਾਂ ਆਪਣੀ ਬੁੱਧੀ ਦੇ ਵਿੱਚ ਪਕੜ 'ਚ ਆ ਜਾਂਦੀਆਂ ਨੇ, ਜਿਹਨੂੰ ਅਸੀਂ ਕਹਿੰਦੇ ਅਸੀਂ ਅੰਡਰਸਟੈਂਡ ਕਰ ਜਾਂਦੇ ਹਾਂ, ਬਟ ਉਹ ਐਕਸਪਲੇਨ ਕਰਨੀਆਂ ਮੁਸ਼ਕਲ ਹੋ ਜਾਂਦੀਆਂ ਨੇ। ਇਹ ਉਸ ਤਰ੍ਹਾਂ ਹੁਣ ਇੱਥੇ ਖੇਡ ਚੱਲ ਰਹੀ ਹੈ। ਫਿਰ ਅੱਗੇ ਕਹਿੰਦੇ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ ਹੈ। ਇੱਕ ਨਾ ਦੇ ਉੱਪਰ ਬਹੁ ਵਚਨ ਹੈ ਜੀ ਇਹ ਸਾਰਾ ਵਰਡ। ਇੱਕ ਨਾ ਦੇ, ਕਈਆਂ ਦੇ। ਹੁਕਮ ਦਾ ਸਦਕਾ ਬਖਸ਼ੀਸ਼ ਹੈ, ਬਖਸ਼ਿਸ਼ ਹੈ, ਮਿਹਰ ਹੈ। ਉਹ ਸੱਚ ਵਾਲੇ ਪਾਸੇ ਤੁਰੇ ਨੇ, ਸੱਚ ਵਿੱਚ ਲੀਨ ਨੇ, ਸੱਚ ਨੂੰ ਮੰਨਦੇ ਨੇ, ਹੁਕਮ ਦੇ ਵਿੱਚ ਚੱਲ ਰਹੇ ਨੇ। ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਉਹ ਨੇ ਜਿਨ੍ਹਾਂ ਨੂੰ ਉਹਨੇ ਭਟਕਾਇਆ ਹੋਇਆ। ਇੱਕ ਭਰਮ ਭੁਲਾਏ, ਇੱਕ ਭਗਤੀ ਲਾਏ। ਭਰਮ 'ਚ ਵੀ ਭੁਲਾਏ ਹੋਏ ਨੇ ਨਾ, ਹੁਣ ਸਾਰਾ ਸੰਸਾਰ ਤੇ ਭਰਮ 'ਚ ਹੀ ਭੁੱਲਿਆ ਹੋਇਆ। ਭਾਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ। ਅਸੀਂ ਭਰਮ 'ਚ ਭੁੱਲੇ ਹੋਏ ਆ। ਭੱਬਾ ਭਰਮ ਮਿਟਾਵੋ ਆਪਣਾ, ਆਪਣਾ ਭਰਮ ਮਿਟਾਉਣ ਪਾਇਆ, ਉਹ ਮਿਟਣਾ ਸੀ ਗੁਰ ਪ੍ਰਸਾਦ ਭਰਮ ਕਾ ਨਾਸ। ਸਾਨੂੰ ਜਾਂ ਅਗਿਆਨੀ ਜੀਵ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਣਾ ਵੀ ਮੈਂ ਭਰਮ 'ਚ ਜੀ ਰਿਹਾ ਤੇ ਮੇਰਾ ਭਰਮ ਮੁੱਕ ਜਾਏ, ਮੇਰਾ ਭਰਮ ਛੁੱਟ ਜਾਏ, ਮੈਨੂੰ ਭਰਮ 'ਚੋਂ ਰੱਬ ਕੱਢ ਲਏ। ਇਹ ਵੀ ਇਹਦੀ ਬੜੀ ਵੱਡੀ ਪ੍ਰਾਪਤੀ ਮੰਨੀ ਗਈ ਹੈ, ਕਿਉਂਕਿ ਦੁਨੀਆ ਨੂੰ ਅਹਿਸਾਸ ਹੀ ਨਹੀਂ ਵੀ ਅਸੀਂ ਭਰਮ 'ਚ ਆ, ਅਸੀਂ ਝੂਠ 'ਚ ਆ, ਅਸੀਂ ਜ਼ਹਿਰ 'ਚ ਫਸੇ ਆ। ਭੱਟ ਸਾਹਿਬਾਨ ਨੇ ਕਹਿਤਾ, ਕਹਿੰਦੇ ਵੀ ਅਸੀਂ ਫਸੇ ਆ, ਸਾਨੂੰ ਦਰਸ਼ਨ ਹੋ ਗਿਆ ਆਪਣੇ ਵੀ ਅਸੀਂ ਕਿੱਥੇ ਖੜੇ ਆ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖਾਹੀ। ਉਹ ਤਾਂ ਮੰਨ ਗਏ, ਕਹਿੰਦੇ ਅਸੀਂ ਅੰਮ੍ਰਿਤ ਵੀ ਛੱਡਿਆ ਤੇ ਜ਼ਹਿਰ ਹੀ ਖਾ ਰਹੇ ਆ। ਸੰਸਾਰੀ ਬੰਦਾ ਕੋਈ ਨਹੀਂ ਕਹਿੰਦਾ ਮੈਂ ਜ਼ਹਿਰ ਖਾ ਰਿਹਾ। ਸਾਰੇ ਕਹਿੰਦੇ ਜੀ ਬੜਾ ਆਨੰਦ ਹੈ, ਬੜੇ ਰੰਗ ਲੱਗੇ ਹੋਏ ਨੇ, ਉਹ ਜ਼ਹਿਰ ਕਹਿ ਰਹੇ ਨੇ। ਜਾਂ ਤੇ ਸਾਨੂੰ ਜ਼ਹਿਰ ਪਤਾ ਨਹੀਂ, ਜਾਂ ਫਿਰ ਅਸੀਂ ਜ਼ਹਿਰ ਖਾ ਨਹੀਂ ਰਹੇ, ਜ਼ਹਿਰ ਉਹ ਖਾ ਰਹੇ ਨੇ। ਮਾਇਆ ਮੋਹ ਭਰਮ ਪੈ ਭੁੱਲੇ, ਸੁਤਦਾਰਾ ਸੁਪ੍ਰੀਤ ਲਗਾਈ। ਉਹ ਤਾਂ ਐਕਸੈਪਟ ਕਰ ਗਏ, ਇਸ ਗੱਲ ਨੂੰ ਮੰਨ ਕੇ ਕਬੂਲ ਕਰ ਲਏ, ਆਪਣੀ ਗਲਤੀ ਐਡਮਿਟ ਕੀਤੀ ਹੈ ਉਹਨਾਂ ਨੇ। ਤੇ ਉਹਨਾਂ ਨੂੰ ਫਿਰ ਇਹ ਵੀ ਪਤਾ ਲੱਗਿਆ ਇਹਦਾ ਹੱਲ ਕਿੱਥੇ ਹੈ। ਕਹਿੰਦੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਗੁਰ ਦੇ ਨਾਲ ਜੁੜਨ ਤੋਂ ਬਿਨਾਂ, ਗੁਰ ਦੀ ਸੰਗਤ ਕਰਨ ਤੋਂ ਬਿਨਾਂ ਜਮ ਦਾ ਤਰਾਸ, ਜਮ ਦਾ ਡਰ ਨਹੀਂ ਮਿਟਣਾ। ਸੰਗਤ ਵਿੱਚ ਜੁੜਨ ਤੋਂ ਬਿਨਾਂ ਮੇਰਾ ਭਰਮ ਨਹੀਂ ਮਿਟਣਾ, ਮੇਰਾ ਅਗਿਆਨ ਨਹੀਂ ਮਿਟਣਾ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ।
ਫਿਰ ਉੱਥੇ ਅਰਦਾਸ ਕੰਮ ਆਉਂਦੀ ਹੈ, ਉੱਥੇ ਫਿਰ ਗੁਰਪ੍ਰਸਾਦ ਵਰਤਦਾ ਹੈ। ਜਦੋਂ ਭਰਮ ਦਾ ਗਿਆਨ ਹੋ ਗਿਆ, ਸਮਝ ਪੈ ਗਈ ਵੀ ਮੈਂ ਕਿੱਥੇ ਫਸਿਆ, ਕਿੱਥੇ ਖੜਾ, ਕੀ ਕਰ ਰਿਹਾ, ਪਰ ਜਦੋਂ ਜਾਗਿਆ ਵੀ ਤੇ ਗਲਤ ਹੋ ਗਿਆ, ਕਰਨਾ ਕੁਝ ਹੋਰ ਸੀ, ਫਿਰ ਪਰ ਉਹਨੂੰ ਕਹਿੰਦਾ ਵੀ ਮੇਰੇ ਵੱਸ 'ਚ ਨਹੀਂ ਹੈ, ਮੈਂ ਕਰ ਨਹੀਂ ਸਕਦਾ, ਮੇਰੀ ਸਮਰੱਥਾ ਨਹੀਂ ਹੈ, ਮੈਂ ਆਪਣਾ ਬਚਾ ਨਹੀਂ ਸਕਦਾ। ਫਿਰ ਉੱਥੇ ਕਹਿੰਦਾ ਵੀ ਅਰਦਾਸ ਹੈ, ਤੂੰ ਤਾਂ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨੋ ਨਾ ਜਾਣੇ ਮੇਰਾ, ਤੂੰ ਠਾकुर ਤੁਮ ਪਹਿ ਅਰਦਾਸ ਜੀਓ ਪਿੰਡ ਸਭ। ਉੱਥੇ ਫਿਰ ਅਰਦਾਸ ਹੈ, ਅਰਦਾਸ ਫਿਰ ਖਲਾਸ ਕਰਦੀ ਹੈ, ਅਰਦਾਸ ਇਹਦਾ ਬੰਦ ਖਲਾਸੀ ਕਰਦੀ ਹੈ, ਇਹਦਾ ਛੁਟਕਾਰਾ ਕਰਦੀ ਹੈ। ਉਹਨੂੰ ਕਹਿੰਦੇ ਨੇ ਗੁਰਪ੍ਰਸਾਦ ਵਰਤਦਾ। ਫਿਰ ਉੱਥੇ ਜਾ ਕੇ ਜਿਹੜੀ ਪਿੱਛੇ ਆਪਾਂ ਬੇਨਤੀ ਕੀਤੀ ਸੀ ਵੀ ਭਾਵਨਾ ਦਾ ਪ੍ਰਗਟ ਹੋਣਾ ਹੀ ਤੁਹਾਨੂੰ ਗੁਰਪ੍ਰਸਾਦ ਤੱਕ ਲੈ ਜਾਏਗਾ, ਭਾਵਨਾ ਦਾ ਪ੍ਰਗਟ। ਪਰ ਹਾਂ, ਹੁਣ ਭਾਵਨਾ ਇਹ ਵੀ ਹੁਣ ਭਾਗਾਂ ਨਾਲ ਹੀ ਪ੍ਰਗਟ ਹੁੰਦੀ ਹੈ, ਆਪਣੀ ਮੱਤ ਨਾਲ ਇਹ ਵੀ ਨਹੀਂ ਹੁੰਦੀ, ਇਹ ਫੇਰ ਹੋਰ ਪਿੱਛੇ ਖੇਡ ਚਲੀ ਜਾਏਗੀ। ਬਸ ਇਸੇ ਨੂੰ ਹੁਕਮ ਦੀ ਖੇਡ ਕਹਿ ਰਹੇ ਨੇ ਉਹ, ਇਹੀ ਹੁਕਮ ਦੀ ਖੇਡ ਹੈ। ਇੱਕ ਹੁਕਮ ਹੀ ਸਦਾ ਭਵਾਈ ਹੈ, ਇੱਕ ਲਾਏ ਹੋਏ ਨੇ, ਭਟਕ ਰਹੀ ਹੈ ਦੁਨੀਆ, ਚੱਲੀ ਜਾ ਰਹੀ ਹੈ ਸੰਸਾਰ, ਦੀਨ ਦੁਨੀਆ, ਜੀ ਜੰਜਾਲ, ਰੰਗ ਤਮਾਸ਼ੇ, ਮਾਇਆ ਦੀ ਭੱਜ ਦੌੜ, ਕੁਰਸੀਆਂ ਦੀ ਭੱਜ ਦੌੜ, ਰਾਜਨੀਤੀ ਦੀ ਭੱਜ ਦੌੜ। ਬਾਣੀ ਤੈਨੂੰ ਜ਼ਹਿਰ ਮੰਨ ਰਹੀ ਹੈ, ਕਹਿੰਦੀ ਜ਼ਹਿਰ 'ਚ ਲੱਗਿਆ, ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਕਹਿੰਦੇ ਆ ਜਿਹੜਾ ਭਜਨ ਤੋਂ ਬਿਨਾਂ ਜੋ ਕੁਝ ਵੀ ਹੈ ਨਾ, ਸਾਰਾ ਕੁਝ ਛਾਰ। ਛਾਰ ਕਿਹਨੂੰ ਕਹਿੰਦੇ ਨੇ? ਛਾਰ ਕਹਿੰਦੇ ਨੇ ਸਵਾਹ ਨੂੰ। ਹੁਣ ਬਾਣੀ ਸਵਾਹ ਮੰਨਦੀ ਹੈ, ਭਜਨ ਤੋਂ ਬਿਨਾਂ ਸਭ ਕੁਝ। ਵਿਖਿਆ ਵੀ ਹੈ, ਜ਼ਹਿਰ ਵੀ ਹੈ। ਵਿਖਿਆ ਸਗਲੀ ਛਾਰ, ਸਾਰੀ ਜੋ ਮਾਇਆ ਹੈ ਸਾਰੀ ਸਵਾਦ ਅਤੇ ਜ਼ਹਿਰ ਦਾ ਹੀ ਰੂਪ ਹੈ। ਕੀ ਕਰ? ਕਹਿੰਦੇ ਤੂੰ ਇਹ ਕਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ, ਇਹਦੀ ਸੰਭਾਲ ਕਰ, ਇਸ ਨਾਮ ਰੂਪੀ ਧਨ ਦੀ। ਆ ਸੱਚ ਸੰਭਾਲ ਲੈ, ਇਹਨੇ ਕੰਮ ਆਉਣਾ ਤੇਰੇ। ਇਹਨੂੰ ਕਹਿੰਦੇ ਨੇ ਭਵਾਈਆਂ, ਭਟਕਾਏ ਹੋਏ ਨੇ, ਦੁਨੀਆ ਲਾਈ ਆ ਉਧਰ ਜੁੜੇ ਹੋਏ ਨੇ। ਹੁਕਮ ਹੈ ਅੰਦਰ ਸਭ ਕੋ। ਹੁਣ ਆ ਗਈ ਗੱਲ ਜਿਹੜੀ ਆਪਾਂ ਕਰ ਰਹੇ ਸੀ। ਹੁਣ ਗੁਰੂ ਸਾਹਿਬ ਕਹਿੰਦੇ ਵੀ ਗੱਲ ਕੀ ਹੈ? ਕਹਿੰਦੇ ਹੁਣ ਗੱਲ ਤਾਂ ਇਹ ਹੈ ਵੀ ਵਿਚਾਰ ਤੋਂ ਸਾਰੀ ਤੋਂ ਇਹੀ ਪਤਾ ਲੱਗਿਆ ਵੀ ਐਸਾ ਕੋਈ ਜੀਵ ਹੈ ਹੀ ਨਹੀਂ, ਐਸਾ ਕੁਝ ਵੀ ਨਹੀਂ। ਤੇਰੀ ਪੂਰੀ ਰਚਨਾ 'ਚ, ਤੇਰੀ ਸ੍ਰਿਸ਼ਟੀ 'ਚ, ਕਾਇਨਾਤ 'ਚ, ਸੰਸਾਰ ਜੋ ਪਰਮੇਸ਼ਰ ਦੇ ਸੱਚ ਦੇ ਹੁਕਮ ਵਿੱਚ ਨਾ ਚੱਲਦਾ ਹੋਵੇ। ਹੁਕਮ ਅੰਦਰ ਸਭ ਕੋ, ਅਸੀਂ ਸਾਰੇ ਹੀ ਉਹਦੇ ਹੁਕਮ ਦੇ ਵਿੱਚ ਬੱਧੇ ਹੋਏ ਆ। ਹੁਕਮ ਤੋਂ ਬਾਹਰ ਅਸੀਂ ਹੈ ਹੀ ਨਹੀਂ। ਬਾਹਰ ਹੁਕਮ ਨਾ ਕੋਈ, ਕੁਝ ਵੀ ਨਾ, ਕੋਈ ਦਾ ਅਰਥ ਹੋ ਗਿਆ ਕੁਝ ਵੀ ਹੁਕਮ ਤੋਂ ਬਾਹਰ ਨਹੀਂ ਹੁੰਦਾ। ਕੀ ਜੀਵ, ਕੀ ਧਰਤੀ, ਕੀ ਸੂਰਜ, ਕੀ ਆਕਾਸ਼, ਕੀ ਪਾਤਾਲ, ਕੀ ਸਮੁੰਦਰ, ਕੀ ਪਹਾੜ, ਕੀ ਬਨਸਪਤੀ, ਕੀ ਮਨੁੱਖ, ਤੇਰੇ ਹੁਕਮ ਤੋਂ ਬਾਹਰ ਕੁਝ ਹੋ ਹੀ ਨਹੀਂ ਸਕਦਾ, ਨਾ ਕੋਈ ਜਾ ਸਕਦਾ ਹੈ। ਤੇ ਫਿਰ ਕੀ ਕਰੋ? ਕਹਿੰਦੇ ਨਾਨਕ ਹੁਕਮ ਹੈ ਜੇ ਬੁਝੈ, ਤਾਂ ਹਉ ਮੈਂ ਕਹਿ ਨਾ ਕੋਏ। ਹੁਣ ਇਸ ਪੰਕਤੀ 'ਚ ਜਿਹੜਾ ਗੁਰੂ ਸਾਹਿਬ ਨੇ ਸਾਡਾ ਧਿਆਨ ਦਿਵਾਇਆ ਨਾ, ਇਹਦੇ 'ਚ ਹੁਣ ਦੋ ਗੱਲਾਂ ਆ ਗਈਆਂ। ਦੋਨੇ ਜਿਹੜੇ ਮਨਜੀਤ ਸਿੰਘ ਵੀਰ ਜੀ ਨੇ ਕੱਲ ਬਹੁਤ ਵਧੀਆ ਦੋ ਸ਼ਬਦ ਦਿੱਤੇ ਨੇ ਆਪਾਂ ਨੂੰ, ਡੂ ਐਂਡ ਡੋਂਟਸ। ਕੀ ਕਰਨਾ ਤੇ ਕੀ ਨਹੀਂ ਕਰਨਾ। ਡੂ, ਹੁਕਮ ਨੂੰ ਬੁੱਝਣਾ ਹੈ। ਡੋਂਟਸ, ਹਉਮੈ ਨਾ ਕਹੇ ਨਾ ਕੋਏ, ਹਉਮੈ ਤੋਂ ਬਚਣਾ, ਹਉਮੈ ਤਿਆਗਣੀ ਹੈ, ਹਉਮੈ ਨਹੀਂ ਕਰਨੀ। ਕਹਿੰਦੇ ਜਿਹਨੂੰ ਹੁਕਮ ਦੀ ਸੋਝੀ ਆ ਜਾਵੇ, ਹਉਮੈ ਕਿਉਂ ਕਰੇ? ਹਉਮੈ ਕਰਦਾ ਤਾਂ ਹੀ ਦੁਖੀ ਹੈ ਨਾ। ਹੁਕਮ ਬੁੱਝ ਗਿਆ, ਹਉਮੈ ਛੱਡਤੀ ਤੇ ਸੁੱਖ ਆ ਗਿਆ। ਹਉਮੈ ਦੇ ਵਿੱਚ ਤੇ ਦੁੱਖ 'ਚ ਹੈ। ਇਸੇ ਗੱਲ ਨੂੰ ਸਮਝਣਾ, ਇਹਨੇ ਸਿਰਫ ਇੰਨੀ ਕੀ ਗੱਲ ਹੀ ਸਮਝਣੀ ਸੀ ਆਪਾਂ ਨੇ, ਵੀ ਹੁਕਮ ਦੀ ਖੇਡ ਐਸੀ, ਹੁਕਮ ਦੇ ਵਿੱਚ ਆ। ਤੇ ਜਿੱਦੇ ਹੁਕਮ ਦੀ ਸਮਝ ਪੈਂਦੀ ਹੈ, ਫਿਰ ਇਹ ਬੇਨਤੀ ਕਰਦੇ ਵੀ ਤੇਰੇ ਹੁਕਮ ਤੋਂ ਬਾਹਰ ਨਹੀਂ ਜਾਵਾਂਗੇ। ਮੈਂ ਆਪਣੀ ਹਉਮੈ ਛੱਡੀ, ਹੰਕਾਰ ਛੱਡਿਆ। ਪਰ ਕਹਿੰਦੇ ਇੰਨੀ ਗੱਲ ਹੀ ਨਹੀਂ ਸਮਝ ਆਈ, ਇੱਕ ਨਹੀਂ ਕਈ ਜਨਮ ਬੀਤ ਗਏ, ਇੰਨੀ ਗੱਲ ਹੀ ਨਹੀਂ ਸਮਝ ਸਕਿਆ। ਜਬ ਲਗ ਹੁਕਮ ਨਾ ਬੂਝਤਾ, ਤਬ ਹੀ ਲੋ ਦੁਖੀਆ, ਗੁਰ ਮਿਲ ਹੁਕਮ ਪਛਾਣਿਆ, ਤਬ ਹੀ ਤੇ ਸੁਖੀਆ। ਸੁਖੀਆ ਕਿਉਂ ਹੋ ਗਿਆ? ਕਹਿੰਦੇ ਹਉਮੈ ਛੱਡ ਗਿਆ। ਪਰਮੇਸ਼ਰ ਨਾਲ ਲੜਾਈ ਹੀ ਹਉਮੈ ਦੀ ਹੈ। ਹਉਮੈ ਦੀ ਲੜਾਈ, ਉਹਦੇ ਨਾਲ ਹੋਰ ਸਾਡੀ ਕੋਈ ਲੜਾਈ ਨਹੀਂ। ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ। ਕਹਿੰਦੇ ਇਹ ਗੱਲ ਤੇ ਵੇਦਾਂ ਨੇ ਵੀ ਕੂਕ ਕੂਕ ਕੇ, ਰੌਲਾ ਪਾ ਪਾ ਕੇ, ਜ਼ੋਰ ਦੇ ਦੇ ਕੇ ਆਖਿਆ ਭਲਿਓ, ਉਹਨੂੰ ਹੰਕਾਰ ਨਹੀਂ ਪਾਉਂਦਾ। ਕਹਿੰਦੇ ਰੱਬ ਦੇ ਦਰ ਤੇ ਕਾਮੀ ਬਖਸ਼ਿਆ ਜਾਏਗਾ, ਕ੍ਰੋਧੀ ਬਖਸ਼ਿਆ ਜਾਏਗਾ, ਲੋਭੀ ਦਾ ਵੀ ਪਾਰ ਉਤਾਰਾ ਹੋ ਜਾਏਗਾ, ਮੋਹ 'ਚ ਫਸੇ ਦਾ ਵੀ ਕਿਤੇ ਨਾ ਕਿਤੇ ਛੁਟਕਾਰਾ ਹੋ ਜਾਏ, ਪਰ ਹੰਕਾਰੀ ਦਾ ਨਹੀਂ ਹੁੰਦਾ। ਹੰਕਾਰੀ ਨੇ ਬਖਸ਼ਿਆ ਜਾਣਾ। ਸਭ ਤੋਂ ਵੱਡੀ ਲੜਾਈ ਹੰਕਾਰ ਨਾਲ ਹੈ ਸਾਡੀ। ਇਹਨੂੰ ਕਹਿੰਦੇ ਨੇ ਆਪਣੇ ਆਪ ਨਾਲ ਲੜਾਈ ਕਰਨੀ।
ਆਪਣੇ ਆਪ ਨੂੰ ਮਾਰਨਾ ਤੇ ਆਪਣੇ ਆਪ ਨੂੰ ਜਿੱਤਣਾ, ਅਸਲ 'ਚ ਸਾਰੀ ਗੱਲ ਹੀ ਅੰਦਰ ਚੱਲ ਰਹੀ ਹੈ। ਆਹੀ ਕਿਹਾ ਸੀ, ਖਾਲਸਾ ਸੋ ਜੋ ਕਰੇ ਨਿਤ ਜੰਗ। ਕਹਿੰਦੇ ਰੋਜ਼ ਕਰ ਆਪਣੇ ਆਪ ਨਾਲ ਜੰਗ ਕਰ, ਰੋਜ਼ ਰੋਜ਼ ਲੜਨੀ ਪੈਣੀ ਹੈ ਜੰਗ ਸਾਨੂੰ। ਮਨ ਜਿੱਤੋ ਆਪਣਾ, ਮਨ ਜੀਤੇ ਜਗ ਜੀਤ। ਮਨ ਹਾਰਦਾ ਕਿੱਥੋਂ ਹੈ? ਹੰਕਾਰ ਤੋਂ ਹਾਰਦਾ, ਹਉਮੈ ਤੋਂ ਹਾਰਦਾ। ਹਉਮੈ ਦੇ ਮਗਰ ਲੱਗਿਆ, ਹੰਕਾਰ ਦੇ ਮਗਰ ਲੱਗਿਆ, ਇਹ ਆਪਣੇ ਕਰਮ ਕਮਾਉਂਦਾ। ਹੁਣ ਸਾਡੀ ਬਿਮਾਰੀਆਂ ਦੀ ਜੜ ਹੈ ਉਹ ਹਉਮੈ ਦੱਸੀ ਹੈ। ਜੇ ਹੁਕਮ ਬੁੱਝ ਲੈ ਹੁਕਮ ਦਵਾਈ ਹੈ, ਹੁਕਮ ਹੈ ਜੇ ਬੁਝੈ। ਜਿਹੜਾ ਇਸ ਨੂੰ ਬੁੱਝ ਲੈ, ਜਿਹੜਾ ਇਸ ਨੂੰ ਡੀਪਲੀ ਸਮਝ ਲੈ, ਉੱਪਰੋਂ ਉੱਪਰੋਂ ਨਹੀਂ ਡੀਪਲੀ, ਤਾਂ ਹਉਮੈ ਕਹੇ ਨਾ ਕੋਈ, ਫਿਰ ਕਦੀ ਵੀ ਕੋਈ ਵੀ ਹਉਮੈ ਨਹੀਂ ਕਹੇਗਾ। ਭਾਵ ਇਹਦਾ ਹਉਮੈ ਕਾਰਨ ਜੋ ਇਹਨੂੰ ਦੁੱਖ ਮਿਲਿਆ ਹੈ, ਜਿੱਥੇ ਇਹ ਫਸਿਆ ਹੈ, ਭਰਮ ਦੇ ਵਿੱਚ ਹੈ, ਅਗਿਆਨ 'ਚ ਹੈ, ਜਨਮ ਮਰਨ 'ਚ ਹੈ, ਬੰਧਨਾਂ 'ਚ ਹੈ, ਆਵਾਗਮਨ 'ਚ ਹੈ, ਉੱਥੋਂ ਇਹਦਾ ਛੁਟਕਾਰਾ ਹੋ ਜਾਏਗਾ। ਤੇ ਇਹਦਾ ਜਿਹੜਾ ਮਨੋਰਥ ਹੈ ਸਚਿਆਰ ਹੋਣਾ, ਇਹ ਜਿਹੜੀ ਕੂੜ ਦੀ ਮੈਲ, ਹਉਮੈ ਦੀ ਮੈਲ ਸੀ, ਉਹ ਇਹਦੀ ਲਹਿ ਜਾਏਗੀ, ਸਚਿਆਰ ਹੋ ਜਾਏਗਾ, ਤੇ ਸਚਿਆਰ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ। ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ ਜੀ। ਜਿੰਨੀ ਕੁ ਮਤ ਸਮਤ ਮਹਾਰਾਜ ਨੇ ਬਖਸ਼ੀ ਹੈ, ਉਹਦੇ ਅਨੁਸਾਰ ਆਪਾਂ ਹੁਕਮ ਦੀ ਪੌੜੀ ਦੀ ਵਿਚਾਰ ਸਾਂਝੀ ਕੀਤੀ ਹੈ। ਤੇ ਇਸ ਤੋਂ ਬਾਅਦ ਹੁਣ ਅਗਲੀ ਪੌੜੀ 'ਚ ਗੁਰੂ ਸਾਹਿਬ ਗਾਇਨ ਕਰਨ ਦੀ ਗੱਲ ਕਰਨਗੇ, ਉਹਦੇ ਵਿੱਚ ਕੀ ਗਿਆਨ, ਕੀ ਸਮਝ ਦੇਣਗੇ, ਆਪਾਂ ਅਗਲੇ ਦੀਵਾਨ 'ਚ ਸਰਵਣ ਕਰਾਂਗੇ। ਇੱਥੇ ਸਮਾਪਤੀ। ਸਾਰੀ ਸੰਗਤ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਹੁਣ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।